देश दुनिया च वसदे पंजाबियों ਨੂੰ जी आया। मैं हरजिंदर सिंह रंधावा, तुसीं देख रहे हो पंजाब टेलीविजन और मेरे नाल ने सीनियर जर्नलिस्ट अजीत भास्कर जी और इंद्रप्रीत जी, दोनों ਨੂੰ जी आया। बहुत बहुत शुक्रिया रंधावा जी। साਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਦੇ ਰਾਜਸੀ ਦ੍ਰਿਸ਼ ਵਿੱਚ ਸੁਨੀਲ ਜਾਖੜ ਦੇ ਆਉਣ ਤੋਂ ਬਾਅਦ ਕੀ ਕਾਂਗਰਸ ਵੀ ਆਪਣਾ ਚਿਹਰਾ ਬਦਲਣ ਦੀ ਕਵਾਇਦ ਵਿੱਚ ਹੈ? ਕੀ ਰਾਜਾ ਵੜਿੰਗ ਦੀ ਜਗ੍ਹਾ ਕਿਸੇ ਧਾਕੜ ਪ੍ਰਧਾਨ ਦੀ ਖੋਜ ਹੋ ਰਹੀ ਹੈ? ਕੀ ਇਹ ਵੀ ਮੰਥਨ ਹੋ ਰਿਹਾ ਕਿ ਹੁਣ ਮੁਕਾਬਲੇ ਲਈ ਹੋਰ ਬਿਹਤਰ ਤਿਆਰੀ ਨਾਲ ਜਾਣਾ ਪਊਗਾ? ਪਰ ਧਾਕੜ ਕੌਣ? ਜੇ ਕੋਈ ਸੁਭਾਅ ਪੱਖੋਂ ਧਾਕੜ ਹੈ, ਬੁਲਾਰਾ ਚੰਗਾ ਨਹੀਂ। ਜੇ ਕੋਈ ਬੁਲਾਰਾ ਚੰਗਾ ਹੈ ਤੇ ਡਰ ਛੇਤੀ ਜਾਂਦਾ। ਖੈਰ, ਇੱਥੇ ਆਪਾਂ ਅੱਗੇ ਗੱਲ ਵਧਾਉਂਦੇ ਹਾਂ। ਦੂਜਾ ਸਵਾਲ, ਕੱਲ ਵਿਜੇ ਰੂਪਾਨੀ ਗੁਜਰਾਤ ਦੇ ਸਾਬਕਾ ਸੀਐਮ ਔਰ ਇੱਧਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ, ਦੋਨਾਂ ਦੀ ਨਾਂ ਤੋਂ ਬਾਅਦ ਵੀ ਕੀ ਅੰਦਰ ਗੱਠਜੋੜ ਦੀ ਗੱਲ ਚੱਲ ਰਹੀ ਹੈ? ਤੀਜਾ ਸਵਾਲ, 6 ਮਹੀਨੇ ਬਾਅਦ ਮੁੱਖ ਮੰਤਰੀ ਦੇ ਐਲਾਨ ਤੋਂ 6 ਮਹੀਨੇ ਬਾਅਦ ਕਾਗਜ਼ਾਂ ਦੇ ਵਿੱਚ ਜ਼ੀਰਾ ਫੈਕਟਰੀ ਬੰਦ ਕਰਨ ਦੀ ਗੱਲ ਤੁਰ ਪਈ ਹੈ। ਚੌਥਾ ਸਵਾਲ, ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਕੋਲ ਲੱਗਿਆ ਹੋਇਆ ਮੋਰਚਾ ਬੰਦੀ ਸਿੱਖਾਂ ਨੂੰ ਲੈ ਕੇ, ਉਹਦੇ ਸੰਬੰਧੀ ਜਿਹੜੀ ਸੁਣਵਾਈ ਹੁੰਦੀ ਹੈ ਉਹ ਕਾਫੀ ਅਹਿਮ ਆ। ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਮੋਰਚੇ ਦੇ ਵਿੱਚ ਘੱਟ ਹਾਜ਼ਰੀ ਮੋਰਚੇ ਦੀ ਆਭਾ ਨੂੰ ਨੁਕਸਾਨ ਨਹੀਂ ਕਰ ਰਹੀ? ਕਿ ਇਸ ਤਰੀਕੇ ਨਾਲ ਮੋਰਚੇ ਨੂੰ ਅੱਗੇ ਵਧਾਉਣਾ ਔਰ ਲੋਕਾਂ ਦਾ ਸਮਰਥਨ ਨਾ ਹੋਣਾ, ਨਾ ਦੇ ਬਰਾਬਰ ਹੋਣਾ, ਕਿ ਸਾਨੂੰ ਮੁੜ ਕੇ ਸੋਚਣ ਦੀ ਲੋੜ ਨਹੀਂ? ਔਰ ਉਧਰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਅਸੀਂ ਕੱਟੜਪੰਥੀ ਵੱਲ ਵਧਦੇ ਹਾਂ ਕਿ ਅਸੀਂ ਇੱਕ ਹੋਰ ਕਮਿਊਨਿਟੀ ਵਾਂਗ ਆਪਣਾ ਫੇਸ ਤਾਂ ਨਹੀਂ ਵਿਗਾੜ ਰਹੇ? ਸਿਧਾਂਤਕ ਤੌਰ ਦੇ ਉੱਤੇ ਲੜਾਈ ਲੜਨ ਨਾਲੋਂ ਅਸੀਂ ਕਿਸੇ ਹੋਰ ਦਿਸ਼ਾ ਲਈ ਤਾਂ ਨਹੀਂ ਵਧ ਰਹੇ? ਇੱਕ ਅਹਿਮ ਸਵਾਲ, ਇੱਕ ਬਹੁਤ ਅਹਿਮ ਸਵਾਲ, ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਐਲਾਨ ਕੀਤਾ, ਬਹੁਤਾ ਜ਼ਿਆਦਾ ਪ੍ਰਮੁਖਤਾ ਨਾਲ ਛਾਇਆ ਨਹੀਂ ਹੋਇਆ। 2 ਦਿਨ ਪਹਿਲਾਂ 8 ਐਸੇ ਸੈਂਟਰ ਜਿਨ੍ਹਾਂ ਦੇ ਵਿੱਚ UPSC ਲਈ, ਸਿਵਲ ਸੇਵਾਵਾਂ ਲਈ, IAS IPS ਅਫਸਰ ਬਣਾਉਣ ਲਈ ਟ੍ਰੇਨਿੰਗ ਸੈਂਟਰ ਖੋਲਣ ਦਾ ਜ਼ਿਕਰ ਹੈ। ਮੈਂ ਜ਼ਰੂਰ ਕਹਿਣਾ ਚਾਹੂੰਗਾ ਇਹ ਬਹੁਤ ਬਿਹਤਰ ਫੈਸਲਾ ਸਾਬਤ ਹੋ ਸਕਦਾ। ਇਸੇ ਤਰ੍ਹਾਂ ਦਾ ਯਤਨ ਇੱਕ ਸ਼੍ਰੋਮਣੀ ਕਮੇਟੀ ਵੀ ਕਰ ਰਹੀ ਆ। ਤੁਸੀਂ ਐਸੇ ਯਤਨਾਂ ਨਾਲ ਪੂਰੇ ਦੇਸ਼ ਵਿੱਚ ਆਪਣਾ ਰਾਜ ਸਥਾਪਿਤ ਕਰ ਸਕਦੇ ਹੋ। ਮੈਂ ਉਦਾਹਰਨ ਦੇਣਾ ਚਾਹੂੰਗਾ ਉੱਤਰਾਖੰਡ ਦੀ, ਜਿੱਥੇ ਮੈਨੂੰ ਪਿਛਲੇ ਦਿਨਾਂ 'ਚ 1 ਦਿਨ ਲਈ ਜਾਣ ਦਾ ਮੌਕਾ ਮਿਲਿਆ ਔਰ ਉੱਥੇ ਦੇ ਚੀਫ ਸੈਕਟਰੀ ਨੇ ਸੁਖਬੀਰ ਸਿੰਘ ਸੰਧੂ, ਜਿਹੜੇ ਕਦੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਵੀ ਸੀਗੇ। ਮੈਨੂੰ ਸਟੇਟ ਗੈਸਟ ਹੋਣ ਵਰਗੀ ਖੁਸ਼ੀ ਦਾ ਆਨੰਦ ਪ੍ਰਾਪਤ ਹੋਇਆ। ਜੇ ਅਸੀਂ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਨਾਲ 2-4 ਹੈ ਕਿ ਸਾਡੇ ਆਪਣੇ ਬੱਚੇ ਨਾ ਤਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਪ੍ਰਮੁਖਤਾ ਨਾਲ ਅੱਗੇ ਵਧ ਰਹੇ ਨੇ ਔਰ ਨਾ ਸਾਡੀ ਆਪਣੀ ਸਟੇਟ ਦੇ ਵਿੱਚ ਇਸ ਕਲਚਰ ਨੂੰ ਜਾਣਨ ਵਾਲੇ ਨੇ, ਫਿਰ ਸਾਨੂੰ ਕਿਤੇ ਘਾਟ ਨੂੰ ਮੁੜ ਕੇ ਮੁਲਾਂਕਣ ਕਰਨਾ ਪੈਣਾ ਇਹ ਸਾਰੇ ਮਾਮਲੇ। ਲੇਕਿਨ ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੈਂ ਸਮਝਣਾ ਚਾਹੂੰਗਾ ਕਿ ਕੱਲ ਨਾ ਤਾਂ ਸਿੱਧੀ ਹੋ ਗਈ। ਸੁਖਬੀਰ ਬਾਦਲ ਕਹਿੰਦੇ ਕਿਹੜੀ ਗੱਲ ਕਰਦੇ ਹੋ? ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਡਾ ਤਾਂ ਬਸਪਾ ਨਾਲ ਗੱਠਜੋੜ ਆ। ਉਧਰ ਰੂਪਾਨੀ ਸਾਹਿਬ ਕਹਿੰਦੇ ਅਸੀਂ 13 ਲੜ ਰਹੇ ਹਾਂ, ਬਾਕੀ ਸਵਾਲ ਹੀ ਨਹੀਂ ਹੁੰਦਾ। ਮਨਜਿੰਦਰ ਸਿਰਸਾ ਕਹਿੰਦੇ ਅਸੀਂ 117 ਤੇ ਵੀ ਲੜਨ ਜਾ ਰਹੇ ਹਾਂ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ। ਉਹ ਯੂਨੀਫਾਰਮ ਸਿਵਲ ਕੋਡ ਤੇ ਵੀ ਗੱਲ ਕਰ ਦਿੰਦੇ ਆ। ਪਰ ਮੈਂ ਸਾਰੇ ਸਵਾਲਾਂ ਦੇ ਬਾਵਜੂਦ, ਚੱਲ ਰਹੀਆਂ ਮੀਟਿੰਗਸ, ਕਵਾਇਦਾਂ ਦੇ ਵਿੱਚੋਂ ਦੀ ਲੰਘ ਕੇ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਸਾਰੀ ਨਾ ਦੇ ਬਾਵਜੂਦ ਕਿਤੇ ਹਾਂ ਤਾਂ ਨਹੀਂ? ਅੰਦਰ ਖਾਤੇ ਚੱਲ ਰਹੀ ਕਵਾਇਦ ਕੋਈ ਅਗਲੇ ਦਿਨਾਂ ਦੇ ਵਿੱਚ ਦੋਨਾਂ ਨੂੰ ਇਕੱਠਿਆਂ ਕਰ ਸਕਦੀ ਹੈ? 24 ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਕੱਠਿਆਂ ਲੜਨਗੇ, ਇਹਦੀਆਂ ਕਿੰਨੀਆਂ ਸੰਭਾਵਨਾਵਾਂ ਨੇ? ਕਿਉਂਕਿ ਅਜੇ ਵੀ ਇਹ ਸਥਿਤੀ ਬਣੀ ਹੋਈ ਹੈ ਕਿ ਦੋਨਾਂ ਦਾ ਅਲੱਗ-ਅਲੱਗ ਜਾਣਾ ਦੋਨਾਂ ਨੂੰ ਤੀਜੇ ਚੌਥੇ ਨੰਬਰ ਤੇ ਧੱਕ ਸਕਦਾ। ਐਸੀਆਂ ਕਨਸੋਵਾਂ ਪੋਲੀਟੀਕਲੀ ਰਹਿੰਦੀਆਂ ਨੇ, ਕੀ ਕਹਿੰਦੇ ਹੋ? ਰੰਧਾਵਾ ਸਾਹਿਬ ਦੇਖੋ, 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਦੋਨੋਂ ਪਾਰਟੀਆਂ 'ਚ ਰਫੜ ਪਿਆ ਸੀਗਾ ਉਹ ਅਜੇ ਤੱਕ ਸੂਤ ਨਹੀਂ ਆ। ਅੱਜ ਵੀ ਉਹ ਚੀਜ਼ ਇਸ ਗਠਬੰਧਨ ਨੂੰ ਦੁਬਾਰਾ ਹੋਣ ਦੇ ਵਿੱਚ ਇੱਕ ਵੱਡੀ ਵਾਧਾ ਹੈ। ਮਤਲਬ ਲੋਕ ਪੁੱਛਣਗੇ ਵੀ ਹਾਂ, ਜਿਹੜਾ 3 ਖੇਤੀ ਕਾਨੂੰਨ ਇੰਨੇ ਵੱਡੇ ਅੰਦੋਲਨ ਤੋਂ ਬਾਅਦ ਰੱਦ ਕੀਤੇ ਹੈਗੇ ਆ, ਉਹਦਾ ਉਸ ਤੋਂ ਅਲਟੀਮੇਟਲੀ ਨਿਕਲਿਆ ਕੀ? ਜਿਹੜੀਆਂ ਸਾਡੀਆਂ 4-5 ਵੱਡੀਆਂ ਮੰਗਾਂ ਨੇ ਉਹਦਾ ਹੋਇਆ ਕੀ? ਕਿ ਆਪਾਂ ਕੁਝ ਲੈ ਲਿਆ ਉਹਨਾਂ ਤੋਂ, ਭਾਰਤੀ ਜਨਤਾ ਪਾਰਟੀ ਤੋਂ, ਕਿ ਨਹੀਂ? ਜੇ ਨਹੀਂ ਲਿੱਤਾ ਤਾਂ ਫਿਰ ਤੁਸੀਂ ਕਿਸ ਮੂੰਹ ਨਾਲ ਉਹਨਾਂ ਕੋਲੇ ਫਿਰ ਜਾ ਰਹੇ ਹੋ ਦੁਬਾਰਾ? ਇੱਕ ਤਾਂ ਇਹ ਸਵਾਲ ਹੈ। ਦੂਜਾ ਇਹ ਵੀ ਸਵਾਲ ਅੜਚਨ ਹੈਗਾ ਹੈ ਜਿਹੜਾ UCC ਦਾ ਆਇਆ। ਹੁਣ ਦੇਖੋ, ਸਿਵਲ ਕੋਡ ਨੂੰ ਲੈ ਕੇ ਜਿਹੜੀ ਇੱਕ ਨਵੀਂ ਬਹਿਸ ਛਿੜ ਗਈ ਹੈ ਪੂਰੇ ਕੰਟਰੀ ਦੇ ਵਿੱਚ। ਲਾਅ ਕਮਿਸ਼ਨ ਅਲੱਗ ਤੋਂ ਉਹਦਾ ਮੁਲਾਂਕਣ ਕਰ ਰਿਹਾ ਹੈ, ਸਾਰਿਆਂ ਤੋਂ ਮੰਗੇ ਗਏ ਨੇ ਇਤਰਾਜ਼ ਤੇ ਦਾਅਵੇ, ਉਹਦੇ ਉੱਤੇ ਵੀ ਚਰਚਾਵਾਂ ਚੱਲਣਗੀਆਂ। ਉਸ ਤੋਂ ਬਾਅਦ ਕੀ ਰਿਪੋਰਟਾਂ ਆਉਣਗੀਆਂ। ਹਜੇ ਤੱਕ ਤਾਂ ਡਰਾਫਟ ਹੀ ਨਹੀਂ ਆਇਆ। ਮੈਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਕਿਹਾ ਸੀ ਵੀ ਘੱਟੋ ਘੱਟ ਡਰਾਫਟ ਤਾਂ ਸਾਰਵਜਨਿਕ ਕੀਤਾ ਜਾਣਾ ਚਾਹੀਦਾ ਹੈ। ਐਟਲੀਸਟ ਸਾਰੇ ਬੰਦਿਆਂ ਨੂੰ ਰਾਈਟ ਹੋਵੇ ਵੀ ਯਾਰ ਉਹ ਕੀ ਕਹਿਣਾ ਚਾਹੁੰਦਾ ਹੈ ਉਹਦੇ ਉੱਤੇ। ਸੋ ਉਹ ਵੀ ਇੱਕ ਮੈਨੂੰ ਲੱਗਦਾ ਕਿ ਅਗਰ ਉਹ ਗਠਬੰਧਨ ਹੁੰਦਾ ਜਾਂ ਚਰਚਾਵਾਂ ਚੱਲਦੀਆਂ ਨੇ ਤਾਂ ਉਹ ਵੀ ਇੱਕ ਵੱਡੀ ਵਾਧਾ ਰਹੂਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇਖੋ ਘੱਟ ਗਿਣਤੀਆਂ ਦੀ ਪ੍ਰਤੀਨਿਧ ਪਾਰਟੀ ਹੈ ਔਰ ਦਾਅਵਾ ਵੀ ਕਰਦੀ ਹੈ ਔਰ ਹੈ ਵੀ ਹੈ, ਔਰ ਇਹ ਲੰਬਾ ਇਤਿਹਾਸ ਵੀ ਇਹਨਾਂ ਦਾ ਸੰਘਰਸ਼ਾਂ ਦਾ ਵੀ ਕਿਵੇਂ ਇਹਨਾਂ ਨੇ ਆਪਣੀ ਪਹਿਚਾਣ ਬਣਾਈ ਹੋਈ ਹੈ। ਸੋ ਅੱਜ ਉਸ ਪਹਿਚਾਣ ਨੂੰ ਖਤਰਾ
ਮਹਿਸੂਸ ਹੋ ਰਿਹਾ ਹੈ। ਸੋ ਇਹਦੇ ਵਿੱਚ ਕੀ ਪਾਰਟੀ ਨਵੇਂ ਸਿਰੇ ਤੋਂ ਉਹਨਾਂ ਨਾਲ ਜਾਊਗੀ, ਭਾਰਤੀ ਜਨਤਾ ਪਾਰਟੀ ਨਾਲ, ਜਿਹੜੀ ਕਿ ਇਸ ਇਸ਼ੂ ਨੂੰ ਲੈ ਕੇ ਪੂਰੇ ਕੰਟਰੀ ਦੇ ਵਿੱਚ ਇੱਕ ਮਤਲਬ ਪੂਰੀ ਮੁਹਿੰਮ ਛੇੜਨ ਜਾ ਰਹੀ ਹੈ ਔਰ ਇੱਕ ਵੱਡਾ ਇਸ਼ੂ ਖੜਾ ਕਰਨ ਜਾ ਰਹੀ ਹੈ, ਜਿਹਨੇ ਬਹੁਤ ਸਾਰੀਆਂ ਦੂਸਰੀਆਂ ਪਾਰਟੀਆਂ ਦੀ ਧਾਰ ਨੂੰ ਕੁੰਦ ਕਰਤਾ ਹੈ। ਤੁਸੀਂ ਦੇਖਿਆ ਹੋਣਾ ਵੀ ਹੁਣ ਉਹ ਚਾਹੇ ਪਾਰਟੀਆਂ ਆਮ ਆਦਮੀ ਪਾਰਟੀ ਹੋਵੇ ਚਾਹੇ ਕੋਈ ਹੋਰ ਪਾਰਟੀ ਹੋਣ, ਉਹ ਇੰਨੀ ਜ਼ਿਆਦਾ ਵਿਰੋਧ ਨਹੀਂ ਕਰ ਰਹੇ ਇਸ ਇਸ਼ੂ ਨੂੰ ਲੈ ਕੇ। ਜਿਹੜੀ ਇਕੱਠੇ ਹੋ ਰਹੇ ਸੀ ਸਰ, ਉਹਦੇ ਚ ਇੱਕ ਸੇਂਧਮਾਰੀ ਤਾਂ ਉਹਨਾਂ ਨੇ ਜ਼ਰੂਰ ਕਰਤੀ ਹੈ, ਪਰ ਅਕਾਲੀ ਦਲ ਵਰਗੀ ਪਾਰਟੀ ਨੂੰ ਉਸ ਤੇ ਸਟੈਂਡ ਲੈਣਾ ਪਏਗਾ। ਉਹ ਜਾ ਨਹੀਂ ਸਕਦੇ ਉਸ ਤੋਂ ਬਿਨਾਂ। ਤੇ ਜੋ ਇਦਾਂ ਦੀਆਂ ਅੜਚਨਾਂ ਆਣਗੀਆਂ, ਉਹਦੇ ਵਿੱਚ ਉਹਦਾ ਵਿਚਲਾ ਰਸਤਾ ਕੀ ਹੋ ਸਕਦਾ ਹੈ? ਕੀ ਜਿਹੜੀ ਕੱਲ ਕਮੇਟੀ ਬਣਾਈ ਹੈਗੀ ਹੈ ਕਿ ਉਹ ਇੱਕ ਵਿਚਲਾ ਰਸਤਾ ਹੈ? ਮੈਨੂੰ ਇਹ ਲੱਗ ਰਿਹਾ ਵੀ ਸ਼ਾਇਦ ਅਕਾਲੀ ਦਲ ਜ਼ਿਆਦਾ ਲਿਫ ਰਿਹਾ ਇਹਦੇ ਉੱਤੇ। ਇੰਨੀ ਲਿਫਣ ਦੀ ਲੋੜ ਨਹੀਂ ਹੈਗੀ। ਪਾਰਟੀ ਕੋਲੇ ਪੰਜਾਬ ਦੇ ਵਿੱਚ ਇੱਕ ਵੱਡਾ ਕਾਡਰ ਹੈਗਾ ਔਰ ਉਹਨੂੰ ਉਹ ਧੜੱਲੇ ਨਾਲ ਇਕੱਠਾ ਕਰ ਸਕਦੀ ਹੈ। ਜੇ ਪੰਜਾਬ ਦੇ ਜਾਂ ਫੈਡਰਲ ਢਾਂਚੇ ਦੇ ਇਸ਼ੂਜ਼ ਨੇ, ਚਾਹੇ ਹੋਰ ਸਟੇਟ ਦੇ ਇਸ਼ੂਜ਼ ਨੇ, ਅਗਰ ਉਹਨਾਂ ਨੂੰ ਚੰਗੀ ਤਰ੍ਹਾਂ ਉਭਾਰ ਕੇ ਮੋਰਚਿਆਂ ਵਾਲੀ ਲੜਾਈ ਲੜੀ ਜਾਏ ਦੁਬਾਰਾ, ਜਿਹੜੀ ਅਸੀਂ ਕਿਸੇ ਟਾਈਮ ਲੜਦੇ ਰਹੇ ਹਾਂ, ਜੇ ਉਸ ਤਰ੍ਹਾਂ ਦਾ ਮੈਨੂੰ ਲੜਾਈ ਲੜੀ ਜਾਏ, ਮੈਨੂੰ ਲੱਗਦਾ ਕਿ ਅਕਾਲੀ ਦਲ ਤਾਂ ਦੁਬਾਰਾ ਖੜਾ ਹੋਣ ਨੂੰ ਕੋਈ ਟਾਈਮ ਲੱਗੇਗਾ ਹੀ ਨਹੀਂ, ਕਿਉਂਕਿ ਪਾਰਟੀ ਕੋਲ ਬਹੁਤ ਅੱਛਾ ਕਾਡਰ ਆਲਰੇਡੀ ਹੈ। ਸਵਾਲ ਇਹ था ਕਿ ਫਿਰ ਲਿਫਿਆ ਕਿਉਂ ਜਾ ਰਿਹਾ ਇੰਨਾ ਜ਼ਿਆਦਾ? ਕਿ ਪਾਰਟੀ ਸੱਤਾ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੀ ਹੈ? ਸੋ ਇਸ ਤਰ੍ਹਾਂ ਦੇ ਕਈ ਸਵਾਲ ਨੇ। ਮੈਨੂੰ ਲੱਗਦਾ ਵੀ ਇਹ ਸਵਾਲਾਂ ਦੇ ਉੱਤਰ ਹੁਣ ਦੇਣ ਦੀ ਸਥਿਤੀ ਆ ਗਈ ਹੈ। ਅੰਦਰ ਖਾਤੇ ਤਾਂ ਹਜੇ ਮੈਨੂੰ ਪੱਕਾ ਯਕੀਨ ਹੈਗਾ, ਔਰ ਮੇਰੀ ਕੱਲ ਬਹੁਤ ਸਾਰੇ ਬੰਦਿਆਂ ਨਾਲ ਗੱਲ ਵੀ ਹੋਈ ਸੀ, ਕਿ ਹੋ ਸਕਦਾ ਹੈ ਕਿ ਇਹ ਬਹੁਤ ਉੱਚੇ ਲੈਵਲ ਤੇ ਹੀ, ਮਤਲਬ ਜਿਵੇਂ ਅਮਿਤ ਸ਼ਾਹ ਜਾਂ ਸੁਖਬੀਰ ਦੇ ਜਾਂ ਇੱਕ ਦੋ ਜਿਹੜੇ ਬੰਦੇ ਹੋਰ ਦਿੱਲੀ ਬੈਠੇ ਆ ਸਾਡੇ, ਉਹਨਾਂ ਦੇ ਲੈਵਲ ਤੇ ਹੀ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਹੋਣ, ਨਿਚਲੇ ਲੈਵਲ ਤੇ ਹਜੇ ਉਹ ਨਹੀਂ ਕੀਤਾ। ਤਾਂ ਇਹ ਚਰਚਾਵਾਂ ਜਿਹੜੀਆਂ ਕੱਲ ਸ਼ੁਰੂ ਕੀਤੀਆਂ ਨੇ, ਜਾਂ ਹੁਣ ਉਹਨਾਂ ਚੀਜ਼ਾਂ ਨੂੰ ਹੀ ਲੈ ਕੇ ਪਾਰਟੀ, ਜਿਵੇਂ ਉਹਨਾਂ ਨੇ ਕਿਹਾ ਸੀ ਮਾਸ ਕੰਟੈਕਟ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਹੋ ਸਕਦਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਪਾਰਟੀ ਇੱਕ ਆਪਣਾ ਨੈਗੋਸੀਏਸ਼ਨ ਦਾ ਦੇ ਇਸ ਲੈਵਲ ਤੇ ਆ ਜੇ ਕਿ ਯਾਰ ਜਿਹੜਾ ਬੀਜੇਪੀ ਸਾਡੇ ਤੇ ਦਬਾਅ ਪਾ ਰਹੀ ਹੈ ਕਿ ਅਸੀਂ 46 ਸੀਟਾਂ ਲੈਣੀਆਂ ਨੇ ਜਾਂ ਅਸੀਂ ਪਾਰਲੀਮੈਂਟ ਦੀਆਂ 6 ਸੀਟਾਂ ਲੜਾਂਗੇ, ਤਾਂ ਉਹ ਦਬਾਅ ਜਿਹੜਾ ਹੈਗਾ ਉਹ ਦੂਰ ਕੀਤਾ ਜਾ ਸਕੇ। ਭਾਸਕਰ ਸਾਹਿਬ, ਪਸ਼ੂ-ਪੇਸ਼ ਦੀ ਸਥਿਤੀ ਬਣੀ ਰਹਿੰਦੀ ਆ। ਲੰਬਾ ਇਤਿਹਾਸ ਆ ਇਹਨਾਂ ਗੱਲਾਂ ਦਾ ਕਿ ਬਹੁਤੀ ਵਾਰੀ ਨਾ ਕਰਤੇ ਪਿਆਰ ਤੁਮੀ ਸੇ ਕਰ ਬੈਠੇ ਸਿਲਸਿਲੇ ਇਦਾਂ ਦੇ ਬਣੇ ਰਹੇ ਨੇ। ਉੱਤੋਂ ਸਾਰੀ ਨਾ ਹੁੰਦੀ ਰਹੀ ਆ, ਅੰਦਰ ਗੱਲਬਾਤ ਚੱਲਦੀ ਰਹਿੰਦੀ ਆ। ਇਹ ਦੋਵਾਂ ਪਾਰਟੀਆਂ ਨੂੰ ਬਹੁਤ ਬਿਹਤਰ ਪਤਾ ਹੈ ਕਿ 24 ਦੇ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਆਪਣੀ ਵੋਟ ਵੰਡ ਦਾ ਖਤਰਾ ਸਾਹਮਣੇ ਦਿਸ ਰਿਹਾ, ਔਰ ਜੇ ਇਕੱਠੇ ਜਾਂਦੇ ਆ ਤਾਂ ਅਸੀਂ ਕੋਈ ਪ੍ਰਾਪਤੀ ਕਰ ਸਕਦੇ ਹਾਂ। ਬੀਜੇਪੀ ਨੂੰ ਇਹਦੇ ਚ ਲਾਭ ਹੁੰਦਾ, ਇਹਦੇ ਚ ਬਹੁਤ ਕਲੀਅਰ ਗੱਲਾਂ ਨੇ ਕਿ ਬੀਜੇਪੀ ਨੂੰ ਵੀ ਲਾਭ ਹੁੰਦਾ, ਔਰ ਇੱਕ ਅੱਧ ਸੀਟ ਦੇ ਉੱਤੇ ਅਕਾਲੀ ਦਲ ਵੀ ਅੱਜ ਦੀ ਸਥਿਤੀ ਚ ਕੱਲ ਬਦਲ ਜਾਵੇ। परसों तक रंधावा जी ਇਹ ਅਕਾਲੀ ਦਲ ਔਰ ਬੀਜੇਪੀ ਦੇ ਅਲਾਈਅੰਸ ਦੀ ਗੱਲਾਂ ਸਿਖਰ ਤੇ ਸੀਗੀ ਔਰ ਤਕਰੀਬਨ ਸਾਰੇ ਅਖਬਾਰਾਂ ਦੇ ਵਿੱਚ ਇਹਦਾ ਜ਼ਿਕਰ ਸੀਗਾ। ਕੱਲ ਇਦਾਂ ਦਾ ਕੀ ਹੋਇਆ ਕਿ ਵਿਜੇ ਰੂਪਾਨੀ ਉਹਨਾਂ ਨੇ ਅੰਮ੍ਰਿਤਸਰ ਜੱਕੜ ਸਾਹਿਬ ਦੇ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਇਹ ਗੱਲ ਕਹੀ ਕਿ ਨਹੀਂ, ਅਸੀਂ 13 ਦੀ 13 ਸੀਟਾਂ ਤੇ ਇਕੱਠੇ ਲੜਾਂਗੇ। ਦੂਜੇ ਪਾਸੇ ਤਕਰੀਬਨ ਉਸ ਵਕਤ ਹੀ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਪੱਤਰਕਾਰਾਂ ਨੂੰ ਕਹਿ ਰਹੇ ਸੀ ਹਾਥੀ ਮੇਰਾ ਸਾਥੀ, ਯਾਨੀ ਹਾਥੀ ਹੀ ਹੈ ਮੇਰਾ ਸਾਥੀ, ਔਰ ਸਾਡਾ ਅਲਾਈਅੰਸ ਹੈਗਾ ਸਿਰਫ ਬੀਐਸਪੀ ਦੇ ਨਾਲ, ਔਰ ਬੀਜੇਪੀ ਦੇ ਨਾਲ ਅਲਾਈਅੰਸ ਦੀ ਗੱਲਾਂ ਤੇ ਸਿਰਫ ਮੀਡੀਆ ਦੇ ਵਿੱਚ ਚੱਲ ਰਹੀਆਂ। ਇਦਾਂ ਦਾ ਕੀ ਹੋਇਆ ਰਾਤੋਂ ਰਾਤ ਕਿ ਬੀਜੇਪੀ ਨੇ ਵੀ ਆਪਣਾ ਸਟੈਂਡ ਚੇਂਜ ਕੀਤਾ? ਮਤਲਬ ਮੀਡੀਆ ਰਿਪੋਰਟ ਸੀਗੀ ਸਾਰੀ, ਉਹਦੇ ਵਿੱਚ ਹਜੇ ਤੱਕ ਕਿਸੇ ਵੀ ਬੀਜੇਪੀ ਦੇ ਲੀਡਰ ਦਾ ਤੇ ਅਕਾਲੀ ਲੀਡਰ ਦਾ ਇਸ ਅਲਾਈਅੰਸ ਨੂੰ ਲੈ ਕੇ ਕੋਈ ਆਫੀਸ਼ੀਅਲ ਵਰਸ਼ਨ ਨਹੀਂ ਆਇਆ ਸੀ। ਔਰ ਆਫੀਸ਼ੀਅਲ ਵਰਸ਼ਨ ਕੱਲ ਪਹਿਲੀ ਵਾਰ ਆਇਆ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਔਰ ਵਿਜੇ ਰੂਪਾਨੀ ਉਹਨਾਂ ਦਾ। ਕੱਲ ਮੇਰੀ ਜਾਖੜ ਸਾਹਿਬ ਨਾਲ ਗੱਲ ਹੋਈ, ਉਹ ਇਸ ਅਲਾਈਅੰਸ ਦੇ ਖਿਲਾਫ ਤੇ ਨਹੀਂ ਸੀ, पर इस अलायंस के उत्ते डाउट जरूर सीगा कि देखो साहब पता नहीं क्या होगा, कोई कहता है ये कोई कहता है वो, यानी उन्होंने इस अलायंस के बारे च कोई पुख्ता जानकारी नहीं दी और इस अफवाहां नूं इन्हां गल्लां नूं अगे तोड़न की कोशिश जरूर की। जद मेरी इस मुद्दे के उत्ते सुखबीर सिंह बादल उन्हां नाल गल हुंदी है ते उस अलायंस नूं वो अपना बयान पहले तो दोहरांदे ने कि जिहड़ा कल सवेरे उन्होंने दिता सीगा कि हाथी मेरा साथी साडा बीएसपी दे नाल अलायंस है और बीजेपी दे नाल साडा कोई नाता फिलहाल नहीं होया। गल्लां आ कित्थों रही हैं? पर गल्लां दे विच ओह भी गल कहंदे ने कि मैं किसी भी तरीके नाल यूनियन मिनिस्टर बनन वास्ते तैयार नहीं। जिहड़ी गल्लां अखबारां दे विच छप रही है कि हरसिमरत कौर बादल नहीं, बीजेपी ने शर्त रखी है कि सुखबीर सिंह बादल उन्हां नूं बतौर एग्रीकल्चर मिनिस्टर बनाया जाए। ਇਹ ਗੱਲਾਂ ਆ ਕਿੱਥੋਂ ਰਹੀ ਹੈ? ਮੈਂ ਕਿਸੇ ਵੀ ਤਰੀਕੇ ਨਾਲ ਪਾਰਟੀ ਨੂੰ ਅਪਗ੍ਰੇਡ, ਪਾਰਟੀ ਨੂੰ ਸਟਰੈਂਥਨ ਕਰਨ ਦੀ ਤਾਂ ਗੱਲ ਕਰ ਸਕਦਾ, ਪਰ ਯੂਨੀਅਨ ਮਿਨਿਸਟਰੀ ਨੂੰ ਕਿਸੇ ਵੀ ਤਰੀਕੇ ਨਾਲ ਐਕਸੈਪਟ ਨਹੀਂ ਕਰ ਸਕਦਾ। ਇਹ ਵੀ ਗੱਲਾਂ ਉਹਨਾਂ ਨੇ ਕੀਤੀਆਂ।
ਹੁਣ ਗੱਲ ਖੜੀ ਕਿੱਥੇ ਹੈ ਕਿ ਅਲਾਈਅੰਸ ਹੋਏਗਾ? ਮਜਬੂਰੀ ਔਰ ਜ਼ਰੂਰੀ, ਇਸ ਅਲਾਈਅੰਸ ਦੇ ਵਿੱਚ ਇੱਕ ਦੋ ਤੱਤਵ ਨੇ, ਉਹ ਆਪਣੇ ਆਪ ਵਿੱਚ ਅਕਾਲੀ ਦਲ ਦੇ ਵਿੱਚ ਵੀ ਫਿੱਟ ਹੁੰਦੇ ਨੇ ਤੇ ਬੀਜੇਪੀ ਦੇ ਵਿੱਚ ਫਿੱਟ ਹੁੰਦੇ ਨੇ। ਮਜਬੂਰੀ ਦੋਨੋਂ ਪਾਰਟੀਆਂ ਦੀ ਹੈ ਔਰ ਜ਼ਰੂਰੀ ਵੀ ਦੋਨੋਂ ਪਾਰਟੀਆਂ ਵਾਸਤੇ ਹੈ। ਇਸ ਕਰਕੇ ਇਹਨਾਂ ਅਲਾਈਅੰਸ ਦੀ ਗੱਲਾਂ ਫਿਲਹਾਲ, ਕਿਉਂਕਿ ਜੁਲਾਈ 13 ਨੂੰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜਾ ਰਹੇ ਨੇ ਪੈਰਿਸ, ਉਸ ਤੋਂ ਪਹਿਲੇ ਕੈਬਨਿਟ ਐਕਸਪੈਂਸ਼ਨ ਹੋ ਰਹੀ ਹੈ। ਇਹਨਾਂ ਗੱਲਾਂ ਦੀ ਚਰਚਾ ਵੀ ਸਿਖਰ ਤੇ ਇਸ ਕਰਕੇ ਸੀਗੀ ਕਿ 13 ਤਰੀਕ ਤੋਂ ਪਹਿਲੇ ਜੇ ਅਕਾਲੀ ਦਲ ਦਾ ਕੋਈ ਨੌਵੀਂ ਕੈਬਨਿਟ ਦੇ ਵਿੱਚ ਸ਼ਾਮਿਲ ਹੁੰਦਾ, ਸੈਂਟਰਲ ਕੈਬਨਿਟ ਦੇ ਵਿੱਚ, ਤੇ ਇਹਨਾਂ ਗੱਲਾਂ ਨੂੰ ਅੱਗੇ ਤੋਰਿਆ ਜਾ ਸਕਦਾ। ਔਰ ਇਹਨਾਂ ਗੱਲਾਂ ਦੇ ਉੱਤੇ ਇੱਕ ਦੋ ਪ੍ਰੈਸ ਕਾਨਫਰੰਸ ਕਰਨ ਦੀ ਵੀ ਉਮੀਦ ਸੀਗੀ ਕਿ ਅੱਜ 7 ਤਰੀਕ ਜਦ ਜੇਪੀ ਨੱਡਾ ਹੋਣਾ ਬੀਜੇਪੀ ਦੇ ਸਾਰੇ ਵੱਡੇ ਲੀਡਰਾਂ ਨਾਲ ਮੀਟਿੰਗ ਕਰ ਰਹੇ ਹੋਣਗੇ, ਉਸ ਤੋਂ ਬਾਅਦ ਕੁਝ ਅਲਾਈਅੰਸ ਦੀ ਸੰਭਾਵਨਾ ਸੀਗੀ। ਪਰ ਫਿਲਹਾਲ ਕੱਲ ਦੀ ਅਨਾਉਂਸਮੈਂਟ ਤੋਂ ਬਾਅਦ, ਖਾਸ ਕਰਕੇ ਕੱਲ ਦੇ ਬਿਆਨਾਂ ਤੋਂ ਬਾਅਦ, ਇਹਦੇ ਉੱਤੇ ਬ੍ਰੇਕ ਜੀ ਲੱਗੀ ਤੇ ਜ਼ਰੂਰ ਹੈ, ਪਰ ਫੁੱਲ ਸਟਾਪ ਨਹੀਂ ਲੱਗਿਆ। ਇਹ ਗੱਲਾਂ ਹਜੇ ਤੁਰਨਗੀਆਂ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੁਲਾਈ 18, ਜੁਲਾਈ 29, ਕਿਉਂਕਿ ਜਾਖੜ ਸਾਹਿਬ ਵੀ ਇਹ ਗੱਲ ਕਹਿ ਰਹੇ ਸੀ ਕਿ ਜੁਲਾਈ 18, 29 ਦੀ 19 ਦੀ ਕੋਈ ਗੱਲ ਚੱਲ ਰਹੀ ਹੈ ਕਿ ਤਦ ਤੱਕ ਸ਼ਾਇਦ ਕੋਈ ਅਲਾਈਅੰਸ ਦੀ ਗੱਲਾਂ ਦੇ ਉੱਤੇ ਕੋਈ ਗੱਲ ਹੋਏ, ਪਰ ਹਜੇ ਕਿਸੇ ਤੱਕ ਸਿਰੇ ਨਹੀਂ ਲੱਗੀ ਗੱਲ। ਕਿਉਂਕਿ ਜਦ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ 4 ਵੱਡੇ ਲੀਡਰ ਸੁਖਬੀਰ ਜੀ ਨਾਲ ਪੁੱਛਦੇ ਨੇ, ਸੁਖਬੀਰ ਜੀ ਵਾਕਈ ਅਸੀਂ ਅਲਾਈਅੰਸ ਕਰ ਰਹੇ ਹਾਂ ਬੀਜੇਪੀ ਨਾਲ, ਕੀ ਟਰਮਸ ਐਂਡ ਕੰਡੀਸ਼ਨ, ਤੇ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਉਸ ਮੀਟਿੰਗ ਦੇ ਅੰਦਰ ਵੀ ਸੇਮ ਗੱਲ ਰਿਪੀਟ ਕਰਦੇ ਨੇ ਕਿ ਹਜੇ ਤੱਕ ਇਦਾਂ ਦੀ ਕੋਈ ਗੱਲ ਨਹੀਂ ਹੈ, ਮੀਡੀਆ ਰਿਪੋਰਟ ਹੈਗੀ ਹੈ, ਇਹਨਾਂ ਦੇ ਉੱਤੇ ਕੋਈ ਬਹੁਤਾ ਯਕੀਨ ਨਾ ਕਰੋ। ਪਰ ਇਸ ਗੱਲ ਤੋਂ ਸਿਰੇ ਤੋਂ ਇਨਕਾਰ ਉਹਨਾਂ ਨੇ ਨਹੀਂ ਕੀਤਾ ਕਿ ਇਹ ਗੱਲਬਾਤ ਕਿੱਥੇ ਤੱਕ ਪਹੁੰਚੀ ਹੈ ਔਰ ਅੱਗੇ ਚੱਲ ਕੇ ਕਿਹਨਾਂ ਸ਼ਰਤਾਂ ਦੇ ਉੱਤੇ ਅਲਾਈਅੰਸ ਹੋਏਗਾ। ਹੁਣ 71-46 ਦਾ ਫਾਰਮੂਲਾ, 8-5 ਦਾ ਫਾਰਮੂਲਾ, ਇਹ ਸਾਰੇ ਫਾਰਮੂਲੇ ਉਹ ਕਹਿੰਦੇ ਅਖਬਾਰਾਂ ਤੱਕ ਹੀ ਸੀਮਿਤ ਹੈਗੇ। ਪਤਾ ਨਹੀਂ ਇਹ ਗੱਲ ਆ ਕਿੱਥੋਂ ਰਹੀ ਹੈ, ਪਰ ਉਹਨਾਂ ਨੂੰ ਵੀ ਪਤਾ ਹੈ ਕਿੱਥੋਂ ਆ ਰਹੀ ਹੈ ਗੱਲ। ਜਦ ਅੱਗ ਲੱਗੀ ਹੋਈ ਤੇ ਧੂਆਂ ਤੇ ਆਂਦਾ ਹੈ। ਸੰਗਰੂਰ ਦੇ ਵਿੱਚ ਚੌਥੇ ਪੰਜਵੇਂ ਸਥਾਨ ਦੀ ਲੜਾਈ ਸੀ ਤੇ ਜਲੰਧਰ ਦੇ ਵਿੱਚ ਤੀਜੇ ਚੌਥੇ ਸਥਾਨ ਦੇ ਉੱਤੇ ਲੜਾਈ ਸੀ। ਇਸ ਗਰਾਊਂਡ ਰਿਐਲਿਟੀ ਤੋਂ ਦੋਨੇ ਮੁਨਕਰ ਨਹੀਂ, ਪਰ ਇੱਕ ਸਵਾਲ ਜਿਹੜਾ ਇੰਦਰਪ੍ਰੀਤ ਜੀ ਨੇ ਉਠਾਇਆ ਕਿ ਅਕਾਲੀ ਦਲ ਕੋਲ ਆਪਣਾ ਇੱਕ ਬਹੁਤ ਜ਼ਬਰਦਸਤ ਆਧਾਰ ਹੈ, ਵਰਕਰ ਬੇਸ ਹੈ, ਉਹਨਾਂ ਲਈ ਲੜਨ ਵਾਲੇ ਬੰਦੇ ਹਰ ਕੋਨੇ 'ਚ ਬੈਠੇ ਨੇ। ਪਰ ਇੱਥੇ ਇੰਦਰਪ੍ਰੀਤ ਜੀ ਸਵਾਲ ਇਸ ਗੱਲ ਦਾ ਵੀ ਆ ਕਿ ਜਿਨ੍ਹਾਂ ਮੁੱਦਿਆਂ ਤੇ ਲੜਨਾ ਹੈ ਉਹ ਮੁੱਦੇ ਇੰਨੇ ਵੱਡੇ ਨੇ ਔਰ ਅਸੀਂ ਇੰਨਾ ਉਹਨਾਂ ਨੂੰ ਛੋਟੇ ਕਰਤਾ, ਉਹਨਾਂ ਨੂੰ ਪਿੱਛੇ ਛੱਡ ਆਏ, ਕਦੀ ਉਹਨਾਂ ਦਾ 10 ਸਾਲਾਂ 'ਚ ਜ਼ਿਕਰ ਵੀ ਨਹੀਂ ਕੀਤਾ। ਹੁਣ ਅਸੀਂ ਉਹਨਾਂ ਨੂੰ ਜਦੋਂ ਪਟਾਰੀ 'ਚ ਕੱਢਦੇ ਹਾਂ ਲੋਕ ਅੱਗੋਂ ਹੱਸਦੇ ਨੇ, ਨੰਬਰ 1। ਨੰਬਰ 2, ਜਿਹਦੇ ਨਾਲ ਲੜਾਈ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਨਾਲ, ਉਹ ਉਹਨਾਂ ਮੁੱਦਿਆਂ ਤੇ ਲਿਆ ਰਿਹਾ ਜਿਹੜੇ ਗਲੀਆਂ ਖੂੰਜਿਆਂ ਦੇ ਨੇ, ਉਹ ਉਹਨਾਂ ਮੁੱਦਿਆਂ ਤੇ ਰੋਜ਼ ਘੇਰ ਲੈਂਦੇ ਨੇ ਆ ਕੇ ਜਿਹੜੇ ਪ੍ਰਸ਼ਾਸਨਿਕ ਨੇ, ਪ੍ਰਬੰਧਕੀ ਨੇ ਔਰ ਬਹੁਤ ਥੱਲੇ ਦੀ ਪੋਲਿਟਿਕਸ ਨਾਲ ਜੁੜੇ ਹੋਏ ਨੇ। ਹੁਣ ਲੜਾਈ ਜਦੋਂ ਲੋਕਾਂ ਦੇ ਪ੍ਰਸ਼ਾਸਨ ਦੀ ਆ ਜਾਂਦੀ ਹੈ, ਤੁਸੀਂ ਜਾਣਦੇ ਹੋ, ਤੁਸੀਂ ਬਹੁਤ ਵੱਡੇ ਸਿੱਖ ਮੁੱਦਿਆਂ ਤੇ ਜਾਣਦੇ ਹੋ, ਉਹ ਤੁਹਾਨੂੰ ਲਿਆ ਕੇ ਗੁਰਬਾਣੀ ਪ੍ਰਸਾਰਨ ਤੇ ਖੜੇ ਕਰ ਦਿੰਦੇ ਆ। ਤੁਸੀਂ ਬਹੁਤ ਵੱਡੇ ਪਾਣੀਆਂ ਦੇ ਮੁੱਦੇ ਤੇ ਜਾਣਦੇ ਹੋ, ਉਹ ਤੁਹਾਨੂੰ ਖਾਲਿਆਂ ਤੇ ਲਿਆ ਕੇ ਵੀ ਆਹ ਜਿਹੜੇ ਕਰਨ ਵਾਲੇ ਕੰਮ ਸੀ, ਅਸੀਂ ਆਪਣਾ ਪਾਣੀ ਲੈਣੇ ਤੇ ਹੈਗੇ ਆ, ਖੇਤ ਤੱਕ ਨਹੀਂ ਪਹੁੰਚਾਉਂਦੇ। ਜਦੋਂ ਭਗਵੰਤ ਮਾਨ ਨੇ ਇਹ ਲੜਾਈ ਲੋਕਾਂ ਦੀ ਲੜਾਈ ਬਣਾਤੀ ਹੈ, ਲੋਕਾਂ 'ਚ ਲਿਆ ਕੇ, ਹੁਣ ਇਹ ਦੋ ਪੱਧਰਾਂ ਤੇ ਲੜਨੀ ਪੈਣੀ ਹੈ। ਇੱਕ ਤਾਂ ਸਾਨੂੰ ਆਪਣੀ ਵਿਰਾਸਤ ਦੇ ਨਾਲ ਲੜਨਾ ਪੈਣਾ ਕਿ ਅਸੀਂ ਜੁਝਾਰੂ ਸੀ, ਕੇਂਦਰ ਦੇ ਨਾਲ ਮੜਿਕਦੇ ਸੀ, ਲੜਦੇ ਸੀ। ਦੂਜੇ ਬੰਨੇ ਅਸੀਂ ਲੋਕਾਂ ਦੇ ਸੀ, ਕਿਸਾਨੀ ਦੇ, ਪੰਥਕ ਦੇ, ਪਿੰਡਾਂ ਦੇ, ਸਾਡੇ ਉਹ ਸਾਰੇ ਮੁੱਦੇ ਅਸੀਂ ਦੋ ਪੱਧਰਾਂ ਤੇ ਲੜ ਰਹੇ ਸੀਗੇ। ਲੋਕ ਸਾਡੇ ਨਾਲ ਸੀ, ਅਸੀਂ ਲੋਕਾਂ ਦੇ ਸੀ, ਲੋਕਾਂ ਲਈ ਜਿਉਂਦੇ ਮਰਦੇ ਸੀ। ਹੁਣ ਇਹ ਦੋਵੇਂ ਪੱਧਰਾਂ ਦੇ ਉੱਤੇ ਇੱਕੋ ਵੇਲੇ ਨਾ ਲੜਿਆ ਜਾ ਰਿਹਾ, ਨਾ ਲੜਨ ਦੀ ਗੁੰਜਾਇਸ਼ ਹੈ। ਮੈਂ ਬਿਲਕੁਲ ਅੱਗੇ ਵਧਣਾ ਚਾਹੂੰਗਾ। ਕਾਂਗਰਸ ਆਪਣੇ ਪੋਲੀਟੀਕਲ ਅਫੇਅਰਸ ਕਮੇਟੀ, ਸਿਆਸੀ ਮਾਮਲਿਆਂ ਦੀ ਕਮੇਟੀ ਗਠਿਤ ਕਰਦੀ ਆ, ਐਸਾ ਪ੍ਰਚਲਨ ਸੀ ਨਹੀਂ ਪੰਜਾਬ ਦੇ ਵਿੱਚ, ਐਸੀ ਕੋਈ ਰਵਾਇਤ ਨਹੀਂ ਸੀ ਤੇ ਨਾ ਕਦੇ ਬਣੀ। ਆਖਿਰ ਕਾਂਗਰਸ ਕੱਲ ਹੀ ਇਹ ਅਨਾਉਂਸਮੈਂਟ ਕਿਉਂ ਕਰਦੀ ਆ? ਕੱਲ ਹੀ ਪੰਜਾਬ ਦੇ ਵਿੱਚ ਜਾਖੜ ਐਂਟਰ ਕਰਦੇ ਆ, ਕੱਲ ਹੀ ਇਹ ਅਨਾਉਂਸਮੈਂਟ ਹੁੰਦੀ ਹੈ। ਸਾਰੇ ਵੱਡੇ ਲੀਡਰ ਇਹਦੇ ਚ ਪਾਤੇ ਜਾਂਦੇ ਆ। ਇਹਦੇ ਵਿੱਚ ਸੀਨੀਅਰਤਾ ਵੀ ਤੁਸੀਂ ਦੇਖ ਸਕਦੇ ਹੋ, ਸੀਨੀਅਰਿਟੀ ਲਿਸਟ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਇਹਦੇ ਚ ਲੋਕਾਂ ਨੂੰ ਪਾਇਆ ਗਿਆ। ਇਹਦੇ ਅੱਗੇ ਇੱਕ ਕਦਮ ਚੱਲੋਗੇ ਕਿ ਅੰਦਰ ਇਹ ਚਰਨਿੰਗ ਹੋ ਰਹੀ ਆ, ਇਹ ਮੰਥਨ ਹੋ ਰਿਹਾ ਕਿ ਹੁਣ ਰਾਜਾ ਵੜਿੰਗ ਉਹਨੇ ਰੈਲੇਵੈਂਟ ਨਹੀਂ। ਉਹ ਸੁਨੀਲ ਜਾਖੜ ਦੇ ਸਾਹਮਣੇ ਸਿਧਾਂਤਕ ਤੌਰ ਤੇ, ਸ਼ਬਦ ਚੋਣ ਦੇ ਤੌਰ ਤੇ, ਚਿਹਰੇ ਦੇ ਹਾਵ ਭਾਵ ਦੇ ਤੌਰ ਤੇ ਖੜੇ ਹੋ ਸਕਣਗੇ ਕਿ ਨਹੀਂ? ਪ੍ਰਤਾਪ ਸਿੰਘ ਬਾਜਵਾ ਐਡਜਸਟ ਕੀਤੇ ਜਾ ਚੁੱਕੇ ਆ, ਬਾਕੀ ਕੌਣ? ਨਵਜੋਤ ਸਿੰਘ ਕਿੱਥੇ ਨੇ? ਨਵਜੋਤ ਸਿੰਘ ਸਿੱਧੂ ਦਾ ਕੋਈ ਥੋ ਪਤਾ ਨਹੀਂ। ਔਰ ਇਸ ਗੱਲ ਦਾ ਵੀ ਅਜੇ ਤੱਕ ਨਹੀਂ ਕਿ ਉਹ ਤੁਹਾਡੇ ਨਾਲ ਲੜਨਗੇ, ਤੁਹਾਡੇ ਨਾਲ ਚੱਲ ਕੇ ਲੜਨਗੇ ਕਿ ਨਹੀਂ। ਇਹ ਸਾਰੇ ਸਵਾਲਾਂ ਦੇ ਚੱਲਦੇ ਆ ਪੰਜਾਬ ਦੇ ਵਿੱਚ ਵੀ ਚਿਹਰਾ ਤਬਦੀਲੀ ਦੀ ਗੱਲ ਚੱਲ ਰਹੀ ਹੈ। ਇੰਦਰਪ੍ਰੀਤ ਜੀ ਗੱਲ ਤੋਰੋ, ਕਿਉਂਕਿ ਸਾਰੇ ਇਸ ਤੋਂ ਮੁਨਕਰ ਹੋਣਗੇ, ਰਾਜਾ ਵੜਿੰਗ ਗੁੱਸੇ ਹੋਣਗੇ, ਲੇਕਿਨ ਸਵਾਲ ਬਹੁਤ ਵੱਡਾ ਹੈ ਕਿ ਸੁਨੀਲ ਜਾਖੜ ਨੂੰ ਮੁਕਾਬਲਾ ਦੇਣ ਲਈ ਇਸ ਤੋਂ ਪਹਿਲਾਂ ਕਿ ਉਹ ਕਾਂਗਰਸ ਦੀ ਜ਼ਮੀਨ ਖਾ ਜਾਣ, ਇਸ ਤੋਂ ਪਹਿਲਾਂ ਕਿ ਉਹ ਕਾਂਗਰਸ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਆਲਰੇਡੀ ਕਰ ਰਹੀ ਹੈ, ਮੋਗੇ 'ਚ ਅਸੀਂ ਟ੍ਰੇਲਰ ਦੇਖ ਚੁੱਕੇ ਹਾਂ, ਇਹ ਬਠਿੰਡੇ ਵਾਲੀ ਸਾਈਡ ਤੇ ਵੀ ਅਸੀਂ ਦੇਖ ਚੁੱਕੇ ਹਾਂ
ਕੀ ਇਹ ਸਾਰੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਕਿ ਇਹਨਾਂ ਦਾ ਸਪੇਸ ਆਮ ਆਦਮੀ ਪਾਰਟੀ ਤੇ ਸੁਨੀਲ ਜਾਖੜ ਵੱਖ-ਵੱਖ ਹਿੱਸਿਆਂ ਦੇ ਵਿੱਚ ਖਾ ਜਾਣ, ਉਸ ਤੋਂ ਪਹਿਲਾਂ ਇਹਨਾਂ ਨੂੰ ਆਪਣੀਆਂ ਪੇਸ਼ਬੰਦੀਆਂ ਕਰਨੀਆਂ ਪੈਣਗੀਆਂ? ਕੀ ਕਹਿੰਦੇ ਹੋ? ਰੰਧਾਵਾ ਸਾਹਿਬ ਦੇਖੋ, ਸਪੇਸ ਤਾਂ ਸਾਡੇ ਕੋਲ ਓਨੀ ਕੀ ਹੈ। ਹੂੰ। ਪਹਿਲਾਂ 2 ਬੰਦੇ ਉਸ ਤੇ ਬੈਠਦੇ ਸੀ, ਹੁਣ 4 ਬੈਠਣ ਲੱਗ ਗਏ ਆ। ਦੇਖੋ ਹੁਣ ਜਿਹੜਾ ਵੀ ਬੰਦਾ ਸਪੇਸ ਆਪਣੀ ਥੋੜੀ ਜਿਹੀ ਛੱਡੂਗਾ, ਉਹ ਤਿੰਨੋਂ ਵਿਰੋਧੀ ਪਾਰਟੀਆਂ ਕੋਲ ਫਿਰ ਇੱਕ ਮਤਲਬ ਮੌਕਾ ਹੁੰਦਾ ਕਿ ਉਹ ਉਹਦੀ ਸਪੇਸ ਨੂੰ ਖਾ ਜਾਏ। ਅੱਜ ਉਸ ਸਥਿਤੀ ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਸੀ, ਹੁਣ ਬੀਜੇਪੀ ਵੀ ਆ ਰਹੀ ਹੈ, ਕਿਉਂਕਿ ਬੀਜੇਪੀ ਪਹਿਲੀ ਵਾਰ 23 ਸੀਟਾਂ ਤੋਂ ਬਾਹਰ ਆ ਕੇ ਇੱਕ ਪੂਰੇ ਕੈਨਵਸ ਦੇ ਉੱਤੇ ਲੜ ਰਹੀ ਹੈ। ਸੋ ਇਹ ਤਾਂ ਥਾਂ ਰਹੂਗੀ ਹੀ ਰਹੂਗੀ ਕਿਸੇ ਵੀ ਪਾਰਟੀ ਦੀ, ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ। ਮੈਂ ਕਾਂਗਰਸ ਦੀ ਇਸ ਕਰਕੇ ਕਹਿ ਰਿਹਾ ਕਿ ਕਾਂਗਰਸ ਦੇ ਵਿੱਚ ਤਕਰੀਬਨ ਸਾਰੇ ਵਰਗਾਂ ਦੇ ਲੋਕ ਸੀਗੇ। ਜੇ ਅਸੀਂ ਕਹਿੰਦੇ ਵੀ ਅਕਾਲੀ ਦਲ ਤਾਂ ਪੰਥਕ ਧਿਰਾਂ ਦੀ ਜਮਾਤ ਹੈ, ਤੇ ਇਹਨਾਂ ਦੇ ਵਿੱਚ ਇਹ ਤਾਂ ਸਾਰੇ ਦੀ ਸੀਗੀ। ਸੋ ਇਹ ਜਿੰਨੀ ਕੁ ਸਪੇਸ ਖਾਲੀ ਕਰੂਗੀ, ਉਹ ਆਮ ਆਦਮੀ ਪਾਰਟੀ ਜਾਂ ਬੀਜੇਪੀ ਦੋਨਾਂ ਚੋਂ ਕੋਈ ਵੀ ਲਿਜਾ ਸਕਦਾ। ਸੋ ਇਹ ਕਾਂਗਰਸ ਨੂੰ ਖਤਰਾ ਬਹੁਤ ਬਣਿਆ ਹੋਇਆ। ਤੇ ਤੁਸੀਂ ਦੇਖੋ ਵੀ ਜਦ ਦੇ ਸੁਨੀਲ ਜਾਖੜ ਆਏ ਨੇ, ਉਹ ਇਸ ਤਰ੍ਹਾਂ ਦੇ ਹੈਗੇ ਨੇ, ਉਹ ਕਾਂਗਰਸ 'ਚ ਕੰਮ ਕਰ ਚੁੱਕੇ, ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹੈ, ਉਹਨਾਂ ਨੂੰ ਕਾਂਗਰਸ ਦੇ ਵਰਕ ਕਲਚਰ ਦਾ ਪਤਾ ਹੈ। ਪਰ ਸੁਨੀਲ ਜਾਖੜ ਕਦੇ ਵੀ ਕਿਸੇ ਅਹੁਦੇ ਤੇ ਨਹੀਂ ਰਹੇ, ਸਰਕਾਰ ਦੇ ਅਹੁਦੇ ਤੇ ਨਹੀਂ ਰਹੇ। ਇਹ ਨਹੀਂ ਮੈਂ ਕਹਿ ਰਿਹਾ ਕਿ ਅਮਰਿੰਦਰ ਰਾਜਾ ਵੜਿੰਗ ਤੇਜ਼ ਤਰਾਰ ਨਹੀਂ ਹੈਗੇ, ਕਾਫੀ ਤੇਜ਼ ਤਰਾਰ ਨੇ, ਬੋਲ ਅੱਛਾ ਸਕਦੇ ਆ, ਇਸ਼ੂ ਵੀ ਕੱਢ ਸਕਦੇ ਆ। ਪਰ ਜਦ ਦਾ ਉਹਨਾਂ ਦੇ ਇਹ ਸਰਕਾਰ ਨੇ ਉਹਨਾਂ ਦੇ ਉੱਤੇ ਇਹ ਲਾਇਆ ਸੀ ਕਿ ਬਸ ਬਾਡੀ ਬਿਲਡਿੰਗ, ਬਾਡੀ ਦੀ ਉਹ ਜਿਹੜੀਆਂ ਲਗਵਾਈਆਂ ਸੀ, ਉਹਦਾ ਕੇਸ ਚੱਲ ਰਿਹਾ, ਉਹਦੀ ਛਾਣਬੀਨ ਚੱਲ ਰਹੀ ਹੈ, ਉਸ ਤੋਂ ਬਾਅਦ ਪਤਾ ਨਹੀਂ ਕਿਉਂ ਅਚਾਨਕ ਚੁੱਪ ਜੇ ਹੋ ਗਿਆ, ਜਾਂ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਹੀ ਸੀਮਿਤ ਜਾ ਕਰ ਲਿਆ। ਇਹ ਥੋੜਾ ਜੀ ਜਿਹੜੀ ਧਾਰ ਹੈ ਉਹਨਾਂ ਦੀ, ਜਿਹੜੀ ਤਿੱਖਾਪਨ ਸੀ ਉਹਨਾਂ 'ਚ, ਉਹ ਬੜਾ ਕਮਜ਼ੋਰ ਹੋ ਗਿਆ। ਹਾਲਾਂਕਿ ਉਹ ਯੰਗ ਲੀਡਰ ਨੇ, ਮੈਨੂੰ ਲੱਗਦਾ ਕਿ ਉਹਨਾਂ ਤੋਂ ਯੰਗ ਪ੍ਰਧਾਨ ਇਸ ਟਾਈਮ ਪੰਜਾਬ 'ਚ ਕੋਈ ਨਹੀਂ ਹੈਗਾ, ਤੇ ਸ਼ਾਇਦ ਉਹਨਾਂ ਕੋਲ ਮੌਕਾ ਵੀ ਬਹੁਤ ਸੀਗਾ ਕਿ ਉਹ ਇਹ ਆਪਣੀ ਇਸ ਸਟਰੈਂਥ ਨੂੰ ਉਹ ਕਰਦੇ। ਪਰ ਮੈਨੂੰ ਲੱਗ ਰਿਹਾ ਕਿ ਉਹ ਸ਼ਾਇਦ ਪਤਾ ਨਹੀਂ ਥੋੜਾ ਘਬਰਾ ਗਏ। ਅੱਜ ਕੱਲ ਉਹ ਉਨੀ ਤਿੱਖੇ ਦਿਖ ਨਹੀਂ ਰਹੇ। तो ਜਿਹੜੇ ਬਾਕੀ ਕਾਂਗਰਸ ਦੇ ਤੁਸੀਂ ਬਾਕੀ ਲੀਡਰਸ ਦੇਖੋ, ਪ੍ਰਤਾਪ ਬਾਜਵਾ ਹੀ ਇਕੱਲੇ ਲੜਦੇ ਦਿਖਦੇ ਆ, ਪਰ ਉਹਨਾਂ ਦੀ ਸਾਰੀ ਲੜਾਈ ਪੱਤਰ ਵਿਹਾਰਾਂ ਨਾਲ ਹੈ। ਠੀਕ ਹੈ, ਉਹ ਇਸ਼ੂਜ਼ ਨੂੰ ਕੱਢ ਕੇ ਅੰਬੈਰਸ ਕਰ ਦਿੰਦੇ ਆ ਸਰਕਾਰ ਨੂੰ। ਇਹ ਉਹਨਾਂ 'ਚ ਕੁਆਲਿਟੀ ਹੈਗੀ ਹੈ ਉਹਨਾਂ ਨਾਲ, ਮਤਲਬ ਔਰ ਗੱਲਬਾਤ ਵੀ ਬਹੁਤ ਵਧੀਆ। ਮੈਂ ਇਹਦੇ 'ਚ ਐਡ ਕਰਨਾ ਚਾਹੂੰਗਾ, ਪ੍ਰਤਾਪ ਸਿੰਘ ਬਾਜਵਾ ਮੀਡੀਆ ਰਿਪੋਰਟਾਂ ਤੇ ਬਹੁਤ ਨਜ਼ਰ ਰੱਖਦੇ ਆ। ਜਿੱਥੇ ਉਹਨਾਂ ਨੂੰ ਢੰਗ ਦੀ ਰਿਪੋਰਟ ਮਿਲਦੀ ਆ, ਉਹਨੂੰ ਉਹ ਅੰਡੋਸ ਕਰ ਦਿੰਦੇ ਆ, ਜਾਂ ਗਵਰਨਰ ਨੂੰ ਲਿਖ ਦਿੰਦੇ ਆ, ਜਾਂ ਉਹ ਸਰਕਾਰ ਨੂੰ ਲਿਖ ਦਿੰਦੇ ਆ, ਜਾਂ ਉਹ ਸਪੀਕਰ ਨੂੰ ਲਿਖ ਦਿੰਦੇ ਆ। ਉਹ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਲਿਖ ਸਕਦੇ ਆ, ਉਹ ਕਿਸੇ ਨੂੰ ਵੀ, ਰਾਸ਼ਟਰਪਤੀ ਨੂੰ ਵੀ ਲਿਖ ਦਿੰਦੇ ਆ, ਉਹ ਕੈਗ ਨੂੰ ਵੀ ਲਿਖ ਦਿੰਦੇ ਆ। ਮੇਰਾ ਮਤਲਬ ਉਹ ਸਾਰਾ ਦਿਨ ਇਸ ਗੱਲ ਤੇ ਨਿਰਭਰ ਨੇ ਕਿ ਮੇਰੀ ਹਾਜ਼ਰੀ ਲੱਗਣੀ ਚਾਹੀਦੀ ਹੈ, ਪਰ ਮਾਸਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਹੈ ਨਹੀਂ। ਅਸੀਂ ਮਾਸਸ ਦੇ ਵਿੱਚ ਕਾਂਗਰਸ ਦੀ ਅਣਹੋਂਦ, ਗੈਰ ਹਾਜ਼ਰੀ ਦੇਖ ਰਹੇ ਹਾਂ। ਇਹਨਾਂ ਦੇ ਸਥਾਨਕ ਲੀਡਰ, ਇਹਨਾਂ ਦੇ ਹਲਕਾ ਇੰਚਾਰਜ, ਇਹਨਾਂ ਦੇ ਐਮਐਲਏ ਆਪਣੇ ਹਲਕਿਆਂ 'ਚ ਬਿਲਕੁਲ ਢੰਗ ਨਾਲ ਨਹੀਂ ਨਜ਼ਰ ਆਉਂਦੇ। ਕੋਈ ਇਹਨਾਂ ਦੀ ਰੈਲੀ ਨਹੀਂ, ਕੋਈ ਇਹਨਾਂ ਦਾ ਇਕੱਠ ਨਹੀਂ। ਕੀ ਪੈਸੇ ਖਰਚਣ ਤੋਂ ਡਰ ਰਹੇ ਆ, ਜਾਂ ਵਿਅਕਤੀ ਇਕੱਠੇ ਨਹੀਂ ਹੋਣਗੇ ਇਹਨਾਂ ਦੇ ਮਗਰ, ਜਾਂ ਇਹਨਾਂ ਦੇ ਵਰਕਰ ਹੌਲੀ ਹੌਲੀ ਆਮ ਆਦਮੀ ਪਾਰਟੀ ਜਾਂ ਬਾਕੀ ਪਾਰਟੀਆਂ ਵੱਲ ਚਲੇ ਜਾਣਗੇ, ਐਸੇ ਡਰ ਵੀ ਨੇ। ਔਰ ਇਹ ਪਿੰਡਾਂ 'ਚ ਕਵਾਇਦ ਜਾ ਰਹੀ ਹੈ, ਇਸ ਤਰ੍ਹਾਂ ਦੀ ਸ਼ੁਰੂ ਹੋ ਚੁੱਕੀ। ਬਿਲਕੁਲ ਰੰਧਾਵਾ ਸਾਹਿਬ, ਦੇਖੋ ਕਾਂਗਰਸ ਪੰਜਾਬ ਦੇ ਵਿੱਚ ਪ੍ਰਮੁੱਖ ਵਿਰੋਧੀ ਪਾਰਟੀ ਹੈ। ਔਰ ਮੈਨੂੰ ਕਿਤੇ ਮਤਲਬ ਜਦੋਂ ਆਪਾਂ ਗੱਲ ਕਰਦੇ ਆ ਵੀ ਨਜ਼ਰ ਥੱਲੇ ਆਏ, ਸੜਕਾਂ ਦੇ ਉੱਤੇ ਨਜ਼ਰ ਆਏ, ਇਹ ਤਾਂ ਬਹੁਤ ਅਣਹੋਂਦ ਹੈ। ਇਹਦੀ ਮੈਨੂੰ ਕਿਤੇ ਨਜ਼ਰ ਨਹੀਂ ਆਏ। ਇਹ ਤੁਹਾਡੀ ਬਿਲਕੁਲ ਠੀਕ ਹੈ। ਮੈਂ ਪਹਿਲਾਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਪ੍ਰਤਾਪ ਸਿੰਘ ਬਾਜਵਾ ਇਸ ਦੇ ਉੱਤੇ ਤਾਂ ਬਹੁਤ ਤਿੱਖੇ ਨੇ ਕਿ ਉਹ ਲੈਟਰਸ ਕਿਸੇ ਨੂੰ ਵੀ ਲਿਖ ਸਕਦੇ, ਕੋਈ ਇਸ਼ੂ ਚੱਕ ਸਕਦੇ ਆ, ਲੋਕਾਂ ਨੂੰ ਦਿੰਦੇ ਵੀ ਨੇ ਇਸ਼ੂ ਕੱਢ ਕੇ ਵੀ ਆਹ ਇਸ਼ੂ ਹੈਗਾ, ਆਹ ਇਸ਼ੂ ਖਹਿਰਾ ਸਾਹਿਬ ਨੂੰ ਵੀ ਦਿੰਦੇ ਆ। ਪਰ ਜਿਹੜੀ ਲੜਾਈ ਲੋਕਾਂ ਦੇ ਵਿੱਚ ਜਾ ਕੇ ਲੜਨੀ ਹੈ, ਉਹ ਕਦੋਂ ਲੜੀ ਜਾਏਗੀ? ਕਾਂਗਰਸ ਹਜੇ ਤੱਕ ਮੈਨੂੰ ਉਸ ਤੋਂ ਲੜਦੀ ਦਿਖ ਨਹੀਂ ਰਹੀ। ਹਾਂ, ਆਹ ਜਿਹੜੀ 2 ਦਿਨ ਦੀਆਂ ਹੁਣ ਬੈਠਕਾਂ ਹੋਈਆਂ ਨੇ ਜ਼ਿਲ੍ਹਾ ਪ੍ਰਧਾਨਾਂ ਦੀਆਂ, ਜਾਂ ਉਸ ਤੋਂ ਬਾਅਦ ਜਿਹੜੇ ਹੋਰ ਵਿੰਗ ਨੇ ਉਹਨਾਂ ਦੀ ਇਹਨਾਂ ਨੇ ਪਾਰਟੀ ਨੇ ਕੀਤੀਆਂ ਨੇ, ਉਹ ਵੀ ਇੱਕ ਮਾਸ ਕੰਟੈਕਟ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਆ। ਜਿਵੇਂ ਅਕਾਲੀ ਦਲ ਨੇ ਕੱਲ ਇਹਦਾ ਐਲਾਨ ਕੀਤਾ ਹੈ ਕਿ ਅਸੀਂ ਸਾਰੇ ਜਿੰਨੇ ਵੀ ਸਾਡੇ ਹਲਕੇ ਨੇ ਉਹ ਸਾਰਿਆਂ ਦੇ ਵਿੱਚ ਜਾਵਾਂਗੇ, ਔਰ ਕੱਲੇ ਪਿੰਡ ਦੇ ਵਿੱਚ ਜਾ ਕੇ ਕੱਲੇ ਬੰਦੇ ਨੂੰ ਮਿਲਾਂਗੇ। ਦੇਖੋ ਇਹ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਵਿਪਕਸ਼ 'ਚ ਵਿਰੋਧੀ ਧਿਰ 'ਚ ਹੋਣ, ਤਾਂ ਉਦੋਂ ਤੁਸੀਂ ਜਦ ਤੱਕ ਉਹ ਕੰਟੈਕਟ ਪ੍ਰੋਗਰਾਮ ਲੋਕਾਂ ਨਾਲ ਨਹੀਂ ਕਰੋਗੇ, ਹੋ ਸਕਦਾ ਕਿ ਬਹੁਤ ਸਾਰੇ ਲੋਕ ਤੁਹਾਨੂੰ ਗਾਲਾਂ ਵੀ ਕੱਢਣ ਉੱਥੇ, ਉਹਨੂੰ ਕਹਿਣ ਵੀ ਤੁਸੀਂ 10 ਸਾਲ ਕੀ ਕੀਤਾ, ਤੁਸੀਂ ਸੀਗੇ ਨਾ, ਜਿਹੜਾ ਇਸ਼ੂ ਤੁਸੀਂ ਅੱਜ ਚੱਕ ਰਹੇ ਹੋ ਉਦੋਂ ਕਿਉਂ ਨਹੀਂ ਕੀਤਾ ਤੁਸੀਂ। ਇਹ ਗਾਲਾਂ ਪੈ ਸਕਦੀਆਂ ਨੇ, ਇਹਦੀ ਸੰਭਾਵਨਾ ਰਹਿੰਦੀ ਹੈ। ਪਰ ਇਹਦੇ ਲਈ ਮੈਨੂੰ ਲੱਗਦਾ ਤਿਆਰ ਰਹਿਣਾ ਚਾਹੀਦਾ, ਔਰ ਪਹਿਲਾਂ ਹੀ ਸੋਚ ਕੇ ਜਾਣਾ ਚਾਹੀਦਾ ਕਿ ਇਹ ਜੋ ਸਵਾਲ ਆਣਗੇ ਤਾਂ ਮੈਂ ਇਹਦਾ ਕੀ ਆਨਸਰ ਦੂੰਗਾ। ਕੀ ਮੈਂ ਮਾਫੀ ਮੰਗਣੀ ਆ ਉੱਤੇ, ਜਾਂ ਮੈਂ ਕੀ ਉਹਨਾਂ ਨੂੰ ਦਲੀਲ ਦਊਂਗਾ ਉੱਤੇ? ਇਹ ਸਾਰੀਆਂ ਚੀਜ਼ਾਂ ਲਈ ਮੈਨੂੰ ਲੱਗਦਾ ਉੱਤੇ ਤਿਆਰੀ ਨਾਲ
ਜਾਣਾ ਚਾਹੀਦਾ ਹੈ। ਤਾਂ ਹੋ ਸਕਦਾ ਲੋਕਾਂ ਦਾ ਗੁੱਸਾ ਨਿਕਲ ਜੇ ਅਕਾਲੀ ਦਲ ਦੇ ਪ੍ਰਤੀ ਤੇ ਉਹ ਫਿਰ ਤੋਂ ਨਵੇਂ ਸਿਰੇ ਤੋਂ ਉਹਨਾਂ ਨੂੰ ਐਕਸੈਪਟ ਕਰ ਲੈਣ। ਹਜੇ ਵੀ ਲੋਕਾਂ ਦਾ ਗੁੱਸਾ ਜਿਹੜਾ ਅਕਾਲੀ ਦਲ ਪ੍ਰਤੀ ਨਹੀਂ ਹੈ, ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਹੈਗਾ। ਤੇ ਉਹ ਲੀਡਰਸ਼ਿਪ ਪਾਰਟੀ ਕੀ ਇਸ ਲੈਵਲ ਤੇ ਆ ਸਕਦੀ ਹੈ ਕਿਤੇ ਵੀ ਅਸੀਂ ਚਲੋ ਲੀਡਰਸ਼ਿਪ ਨੂੰ ਚੇਂਜ ਕਰਕੇ ਦੇਖ ਲਈਏ, ਕੋਈ ਇਸ ਤਰ੍ਹਾਂ ਦਾ ਲੀਡਰ ਜਿਹੜਾ ਪੂਰਾ ਸਭ ਨੂੰ ਜਿੱਥੇ ਕੋਈ ਦਿੱਕਤ ਨਾ ਹੋਵੇ, ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਪੰਥਕ ਚਿਹਰਾ ਲਿਆ ਕੇ ਦੇਖ ਸਕਦੇ ਆ। ਸੋ ਉੱਥੇ ਸੰਭਾਵਨਾ ਹਜੇ ਵੀ ਮੈਂ ਦੇਖ ਰਿਹਾ ਹੈਗੀ ਹੈ, ਪਰ ਹੋਰ ਕਿਸੇ ਪਾਰਟੀ ਕੋਲ ਇੰਨੀ ਸੰਭਾਵਨਾ ਨਹੀਂ ਹੈ ਜਿੰਨੀ ਅਕਾਲੀ ਦਲ ਕੋਲ ਹੈਗੀ ਹੈ। ਨਹੀਂ, ਇਹਦੇ ਵਿੱਚ ਮੈਂ ਇੰਦਰਪ੍ਰੀਤ ਜੀ ਥੋੜਾ ਜਿਹਾ ਡਿਫਰ ਕਰਦਾ ਤੁਹਾਡੇ ਨਾਲੋਂ। ਪਹਿਲੀ ਗੱਲ ਤੇ ਇਹ ਹੈ ਕਿ ਜਿੰਨਾ ਕਾਡਰ ਅਕਾਲੀ ਦਲ ਕੋ ਉਨਾ ਹੀ ਕਾਂਗਰਸ ਕੋਲ ਹੈ। ਤੁਹਾਨੂੰ ਮੰਨਣਾ ਪਊਗਾ ਕਿ ਇਹ ਇੱਕ ਤਰ੍ਹਾਂ ਨਾਲ ਉੱਤਰ ਕਾਟੋ ਮੈਚੜਾਂ ਦੀ ਰਾਜਨੀਤੀ ਸੀ। 10% ਲੋਕ ਪਾਲਾ ਬਦਲਦੇ ਸੀ, ਸਰਕਾਰ ਬਦਲ ਜਾਂਦੀ ਸੀ। ਸੱਤਾ ਨਾਲ ਗੁੱਸੇ ਹੋਏ ਲੋਕ ਦੂਜੀ ਧਿਰ 'ਚ ਚਲੇ ਜਾਂਦੇ ਸੀ, ਤੀਜੀ ਧਿਰ ਆਉਣ ਤੋਂ ਬਾਅਦ ਸਾਰੇ ਹੀ ਛੜੱਪਾ ਮਾਰ ਕੇ। ਖੈਰ, ਜਿੰਨੀ ਸਪੇਸ ਅਕਾਲੀ ਦਲ ਕੋਲ ਸੀ ਉਨੀ ਕਾਂਗਰਸ ਕੋਲ ਹੈ। ਪਰ ਹੁਣ ਜਦੋਂ ਅਕਾਲੀ ਦਲ ਲੋਕਾਂ 'ਚ ਜਾਊਗਾ, ਸਭ ਤੋਂ ਪਹਿਲਾਂ ਲੋਕ ਇਹ ਸਵਾਲ ਪੁੱਛਦੇ ਨੇ ਕਿ ਤੁਸੀਂ ਕੀ ਬਦਲ ਕੇ ਆਏ ਹੋ। ਅੱਜ ਅਸੀਂ ਲੋਕਾਂ ਨੂੰ ਕਿਸ ਤਰ੍ਹਾਂ ਕਹੀਏ ਕਿ ਅਕਾਲੀ ਦਲ ਬਦਲ ਚੁੱਕਿਆ ਨੀਤੀਆਂ ਦੇ ਨਜ਼ਰੀਏ ਤੋਂ। ਅਸੀਂ ਕਿਵੇਂ, ਸਭ ਤੋਂ ਵੱਡੇ ਮਾਮਲੇ ਆ ਪਰਿਵਾਰਵਾਦ ਦੇ, ਸਭ ਤੋਂ ਵੱਡੇ ਮਾਮਲੇ ਆ ਕਿ ਤੁਸੀਂ ਸਿੱਖ ਮਾਮਲੇ ਕਿਉਂ ਛੱਡੇ, ਸਭ ਤੋਂ ਵੱਡੇ ਮਾਮਲੇ ਆ ਕਿ ਕਿਸਾਨੀ ਸਾਡੇ ਨਾਲ ਕਿਉਂ ਨਹੀਂ ਤੁਰਦੀ। ਪਿੰਡਾਂ ਦੇ ਵਿੱਚੋਂ ਜਦੋਂ ਕੋਈ ਕਿਸਾਨੀ ਧਰਨਾ ਲੱਗਦਾ ਹੈ ਤੇ ਟਰਾਲੀ ਭਰ ਜਾਂਦੀ ਆ। ਅਕਾਲੀਆਂ ਨੂੰ ਤਰੱਦਦ ਕਰਕੇ ਟਰਾਲੀ ਭਰਨੀ, ਹੁਣ ਕਾਰ ਭਰਦੀ ਹੈ, ਇਨੋਵਾ ਭਰ ਜਾਂਦੀ ਹੋ। ਮੇਰਾ ਮਤਲਬ ਹੈ ਕਿ ਇਹ ਜਿਹੜਾ ਡਿਕਰੀਜ਼ ਹੈ, ਇਹ ਨੁਕਸਾਨ, ਇਹਦੇ ਲਈ ਤੁਹਾਨੂੰ ਮੰਥਨ ਕਰਨਾ ਪਊਗਾ ਕਿ ਅਸੀਂ ਇਹ ਬਦਲ ਕੇ ਆਏ ਆ। ਕੋਈ ਉਹਨਾਂ ਦਾ ਹਲਕਾ ਇੰਚਾਰਜ ਜੋ ਜਾ ਕੇ ਕਹੂਗਾ ਨਾ, ਉਹ ਕਹਿਣਗੇ ਉੱਤੋਂ ਲੈ ਕੇ ਥੱਲੇ ਤੱਕ ਬਦਲਿਆ ਕੀ ਆ, ਜਿਹਦੇ ਨਾਲ ਅਸੀਂ ਅਗਲੇ ਲੋਕਾਂ ਨੂੰ ਜਾ ਕੇ ਕਹੀਏ, ਕਿਉਂਕਿ ਉਹਨਾਂ ਕੋਲ ਬਦਲ ਬਹੁਤ ਨੇ। ਹੁਣ ਉਹ ਜਿਹੜੇ ਪਾਵਰ 'ਚ ਰਹਿਣਾ ਸਿੱਖ ਗਏ ਸੀ, ਉਹਨਾਂ 'ਚੋਂ ਪਿੰਡਾਂ ਦੇ ਪੱਧਰ ਤੇ ਬਹੁਤ ਸਾਰੇ ਆਮ ਆਦਮੀ ਪਾਰਟੀ ਨਾਲ ਸੰਪਰਕ ਕਰ ਚੁੱਕਿਆ। ਤੁਸੀਂ ਪਿੰਡਾਂ ਦੇ ਹਲਕਿਆਂ 'ਚ ਜਾ ਕੇ ਦੇਖ ਲਓ, ਸ਼ਹਿਰਾਂ ਦੇ ਕੌਂਸਲਰਾਂ ਦੇ ਹਲਕਿਆਂ 'ਚ ਜਾ ਕੇ ਦੇਖ ਲਓ, ਲੋਕ ਆਪਣੀ ਪੋਲੀਟੀਕਲ ਸਪੇਸ ਲੱਭ ਚੁੱਕੇ ਆ ਜਾਂ ਲੱਭ ਰਹੇ ਆ। ਹੁਣ ਉਹਨਾਂ ਨੂੰ ਅੱਗੇ ਕੋਈ ਡੱਕ ਰਿਹਾ ਤੇ ਇਸ ਕਰਕੇ ਨਹੀਂ ਅੰਦਰ ਵੜ ਪਾ ਰਹੇ, ਨਹੀਂ ਤਾਂ ਲੋਕ ਜਿਹਦਾ ਵੱਸ ਚੱਲੇ ਜਲੰਧਰ ਵਾਂਗ ਉਹ ਤਾਂ ਉੱਡ ਕੇ ਚੱਲ ਜਾਣਗੇ। ਭਾਸਕਰ ਸਾਹਿਬ, ਇਹੀ ਸੰਕਟ ਕਾਂਗਰਸ ਕੋਲੇ ਆ ਕਿ ਕਾਂਗਰਸ ਪੰਜਾਬ ਲਈ ਕਿੱਥੇ ਖੜੀ ਹੈ। ਇਹ ਸਾਰੇ ਅਸਮੰਜਸ ਨੇ ਕਿ ਲੋਕ ਚਾਹੁੰਦੇ ਕੀ ਆ। ਭਾਸਕਰ ਸਾਹਿਬ, ਬਹੁਤ ਸੰਖੇਪ 'ਚ ਦੱਸਿਓ ਜਰਾ। ਬਿਲਕੁਲ, ਕਾਂਗਰਸ ਨੂੰ ਇੱਕ ਧਾਕੜ ਲੀਡਰ ਚਾਹੀਦਾ ਹੈ। ਬਿਲਕੁਲ, ਗੱਲ ਦੀ ਸ਼ੁਰੂਆਤ ਤੁਸੀਂ ਇੱਥੋਂ ਹੀ ਕੀਤੀ ਸੀਗੀ। ਕੱਲ 31 ਸੈਨਾਪਤੀ ਸਜਾਤੇ, ਔਰ 31 ਸੈਨਾਪਤੀਆਂ ਦੇ ਵਿੱਚੋਂ ਧਾਕੜ ਕੌਣ, ਇਹ ਸਵਾਲ ਹਜੇ ਵੀ ਹੈਗਾ। ਨਵਜੋਤ ਸਿੰਘ ਸਿੱਧੂ ਵੀ ਇਹਨਾਂ 31 ਪੀਏਸੀ ਦੇ ਜਿਹੜੇ ਮੈਂਬਰ ਹੈਗੇ ਨੇ ਉਹਦੇ ਵਿੱਚ ਹੈਗਾ, ਉਹਨਾਂ ਦਾ ਨਾਂ ਰਾਜਾ ਵੜਿੰਗ ਵੀ ਹੈਗੇ ਨੇ, ਪ੍ਰਤਾਪ ਸਿੰਘ ਬਾਜਵਾ ਵੀ ਹੈਗੇ ਨੇ, ਹੋਰ ਵੀ ਕਈ ਏਦਾਂ ਦੇ ਨੇ ਜਿਹੜੇ ਆਪਣੇ ਆਪ ਨੂੰ ਧਾਕੜ ਕਹਿੰਦੇ ਨੇ, ਪਰ ਫਿਰ ਵੀ ਧਾਕੜ ਲੀਡਰ ਦੀ ਤਲਾਸ਼। ਹੁਣ ਰਾਜਾ ਵੜਿੰਗ ਉਹਨਾਂ ਧਾਕੜ ਕਿਉਂ ਨਹੀਂ ਹੈ? ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਮੁੱਦੇ ਸੀ ਜਿਹਦੇ ਵਿੱਚ ਸਰਕਾਰ ਨੂੰ ਘੇਰਿਆ ਜਾ ਸਕਦਾ ਸੀ। ਉਹਦੇ ਵਿੱਚੋਂ ਰਾਜਾ ਵੜਿੰਗ ਉਹਨਾਂ ਦਾ ਮਿਸ ਹੋਣਾ, ਪ੍ਰਤਾਪ ਸਿੰਘ ਬਾਜਵਾ ਚਿੱਠੀ ਖੇਡ ਕੇ ਉਹ ਆਪਣਾ ਕੰਮ ਕਰ ਜਾਂਦੇ ਨੇ ਔਰ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣਦੇ ਨੇ। 2002 ਤੋਂ ਲੈ ਕੇ ਜੇ 2023 ਤੇ ਅੱਜ ਖੜੇ ਆ ਤੇ ਕਾਂਗਰਸ ਦੇ ਵਿੱਚ ਧਾਕੜ ਕੌਣ? 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਦਿਖਾ ਕੇ ਔਰ ਉਹਨਾਂ ਦੀ ਕੀਤੀ ਹੋਈ ਗੱਲਾਂ ਨੂੰ ਦੇਖ ਕੇ ਕਾਂਗਰਸ ਨੂੰ ਲੋਕ ਸਰਕਾਰ ਦੇ ਵਿੱਚ ਲਿਆਏ ਸੀ। 2017 ਦੇ ਵਿੱਚ ਦੁਬਾਰਾ ਕਾਂਗਰਸ ਸਰਕਾਰ ਦੇ ਵਿੱਚ ਆਈ, ਜਦ ਕਾਂਗਰਸ ਨੂੰ ਆਪ ਨੂੰ ਉਮੀਦ ਨਹੀਂ ਸੀ ਕਿ ਅਸੀਂ ਸਰਕਾਰ ਬਣਾ ਜਾਾਂਗੇ। ਉਹ ਬੇਸਿਕਲੀ ਆਮ ਆਦਮੀ ਪਾਰਟੀ ਦੀ ਚਰਚਾ ਤੇ ਸੀ ਕਿ ਬਹੁਤ ਜ਼ਿਆਦਾ ਕਿ 2017 ਦੇ ਸਰਕਾਰ ਬਣਾਉਣਗੇ। ਲੋਕਾਂ ਨੇ ਫਿਰ ਕਾਂਗਰਸ ਦੇ ਉੱਤੇ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਇੱਕ ਵਿਸ਼ਵਾਸ ਪ੍ਰਗਟ ਕੀਤਾ ਤੇ ਸਰਕਾਰ ਬਣ ਗਈ। ਹਾਲਾਂਕਿ ਐਕਸਪੈਕਟੇਸ਼ਨ ਮੈਂ ਪਹਿਲੇ ਵੀ ਕਹਿ ਚੁੱਕਿਆ, ਉਹਨਾਂ ਨੂੰ ਖੁਦ ਨਹੀਂ ਸੀ। ਉਸ ਤੋਂ ਬਾਅਦ 2019 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਕੀ ਨੈਰੇਟਿਵ ਸੈੱਟ ਕੀਤਾ? ਕਾਂਗਰਸ ਨੇ ਆਪਣੀ ਸਰਕਾਰ ਦੀ ਉਪਲਬਧੀਆਂ ਨੂੰ ਕਿਸੇ ਵੀ ਜਗ੍ਹਾ ਨਹੀਂ ਗਿਣਾਇਆ। ਉਹਨਾਂ ਨੇ ਬੇਅਦਬੀ ਦੇ ਮੁੱਦੇ ਦੇ ਉੱਤੇ ਅਕਾਲੀ ਦਲ ਨੂੰ ਘੇਰਿਆ ਤੇ ਅਕਾਲੀ ਦਲ ਨੂੰ ਢਾਹ ਲੱਗੀ ਤੇ ਉਹ ਇਲੈਕਸ਼ਨ ਜਲੰਧਰ ਦੀ ਜਾਂ ਹੋਰ 8 ਸੀਟਾਂ ਜਿੱਤ ਗਏ। 2019 ਤੋਂ ਬਾਅਦ 2022 ਆਂਦੀ ਹੈ। 2022 ਦੀ ਇਲੈਕਸ਼ਨ ਦੇ ਵਿੱਚ ਵੀ ਕਾਂਗਰਸ ਨੇ ਆਪਣਾ ਕੋਈ ਨੈਰੇਟਿਵ ਸੈੱਟ ਨਹੀਂ ਕੀਤਾ ਔਰ ਇਹ ਚੀਜ਼ ਲਗਾਤਾਰ 2000 ਹੁਣ ਜਿਮਨੀ ਚੋਣ ਜਲੰਧਰ ਦੇ ਵਿੱਚ ਹੋਈ। ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਡੇ ਦਾਅਵੇ ਸੀ। ਇਹਦੇ ਵਿੱਚ ਆਪਣੀ ਸਰਕਾਰ ਦੀ ਕਿਸੇ ਵੀ ਉਪਲਬਧੀ ਨੂੰ ਗਿਣਾਉਣ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਪਾਏ। ਉਹ ਸਵਾਏ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਹਮਲੇ ਕੀਤੇ ਔਰ ਉਹ ਹਮਲੇ ਬੂਮਰੈਂਗ ਕਰ ਗਏ। ਕਾਰਨ ਕਿ ਬਿਜਲੀ ਮਾਫੀ ਦਾ ਫਾਇਦਾ ਆਮ ਲੋਕਾਂ ਨੂੰ ਹੋਇਆ ਸੀ। ਅੱਜ ਵੀ ਧਾਕੜ ਲੀਡਰ ਦੀ ਤਲਾਸ਼ ਹੈ। ਕਾਫੀ ਸਾਰੇ ਧਾਕੜਾਂ ਨੂੰ ਤੇ ਵਿਜੀਲੈਂਸ ਸੱਦ ਚੁੱਕੀ ਹੈ ਔਰ ਜਿਹੜੇ ਧਾਕੜ ਆਪਣੇ ਆਪ ਨੂੰ ਕਹਿੰਦੇ ਨੇ ਉਹਨਾਂ ਨੂੰ ਵੀ ਵਿਜੀਲੈਂਸ ਸੱਦ ਸਕਦੀ ਹੈ। ਇਹ ਇੱਕ ਬੜਾ ਵੱਡਾ ਸਵਾਲ ਕਾਂਗਰਸ ਦੇ ਸਾਹਮਣੇ ਖੜਿਆ ਹੈ। ਜਿਹਨੂੰ ਧਾਕੜ ਕਰਕੇ ਅੱਗੇ ਲੈ ਕੇ ਜਾਂਦੇ ਨੇ ਉਹ ਵਿਜੀਲੈਂਸ ਵਾਲੇ ਸੱਦ ਲੈਂਦੇ ਨੇ। ਹੁਣ ਸਾਰੀ ਗੱਲਾਂ ਉੱਤੇ ਖੜੀ ਹੈ ਕਿ ਧਾਕੜ ਕੌਣ? ਨਵਜੋਤ ਸਿੰਘ ਸਿੱਧੂ ਉਹਨਾਂ ਧਾਕੜ ਸੀਗੇ ਕਿ ਉਹਨਾਂ ਦੀ ਧਾਕੜਤਾ ਕਾਂਗਰਸ ਨੂੰ ਪੰਜਾਬ ਦੇ ਵਿੱਚ ਰਿਵਾਈਵ ਕਰ ਸਕਦੀ ਹੈ? ਇਹਦੇ ਉੱਤੇ ਵੀ ਕੁਐਸਚਨ ਮਾਰਕ ਲੱਗ ਚੁੱਕਿਆ। ਹੁਣ ਦੇਖੋ ਕਿਹੜਾ ਧਾਕੜ ਕੱਢਦੇ ਨੇ। ਨਵਜੋਤ ਸਿੰਘ ਸਿੱਧੂ ਜਦੋਂ ਬਿਕਰਮ ਸਿੰਘ ਮਜੀਠੀਆ ਨਾਲ ਜੱਫੀ ਪਾ ਲੈਂਦੇ, ਉਸ ਤੋਂ ਬਾਅਦ ਮੇਰੇ ਖਿਆਲ ਸ਼ਾਇਦ ਜਿੰਨੀ ਆਲੋਚਨਾ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ,
ਔਰ ਜਿਸ ਤਰੀਕੇ ਨਾਲ ਉਹ ਨਿੱਜੀ ਹਮਲਿਆਂ ਤੇ ਗਏ ਔਰ ਇਹ ਲੜਾਈ ਮੁੜ ਕੇ ਮੁੱਖ ਮੰਤਰੀ ਔਰ ਇਹਨਾਂ ਦੇ ਵਿੱਚ ਲੜੀ ਗਈ, ਉਸ ਤੋਂ ਬਹੁਤਾ ਪਸੰਦ ਨਹੀਂ ਕਿਸੇ ਨੇ ਵੀ ਕੀਤਾ, ਨਾ ਮੁੱਖ ਮੰਤਰੀ ਨੂੰ ਕੀਤਾ ਨਾ ਇਹਨਾਂ ਨੂੰ। ਨਵਜੋਤ ਸਿੰਘ ਸਿੱਧੂ ਲੋ ਪ੍ਰੋਫਾਈਲ ਚੱਲ ਰਹੇ ਆ, ਕਿਉਂ ਚੱਲ ਰਹੇ ਆ? ਉਹਨਾਂ ਨਾਲ ਜਿਹੜੀ ਮੁਲਾਕਾਤ ਲੋਕ ਕਰਦੇ ਆ ਉਹ ਦੱਸਦੇ ਆ ਕਿ ਉਹ ਰਾਜਨੀਤੀ ਦੀ ਗੱਲ ਬਹੁਤੀ ਨਹੀਂ ਕਰ ਰਹੇ। ਇੰਦਰਪ੍ਰੀਤ ਜੀ, ਇਹ ਲੜਾਈਆਂ ਨੇ ਅਜੇ ਬਹੁਤ ਦੂਰ ਤੱਕ ਜਾਣਾ, ਸ਼ਾਇਦ 27 ਤੱਕ ਇਹ ਥੱਕਣਾ ਨਹੀਂ ਚਾਹੁੰਦੇ। 24 ਦੇ ਵਿੱਚ ਕੀ ਹੋਣ ਵਾਲਾ ਕਿਸੇ ਨੂੰ ਕੁਝ ਨਹੀਂ ਪਤਾ, ਤੇ 27 ਬਹੁਤ ਦੂਰ ਆ। ਮੈਨੂੰ ਲੱਗਦਾ ਹੁਣ ਕੋਈ ਪੈਸੇ ਵੀ ਨਹੀਂ ਖਰਚਣਾ ਚਾਹੁੰਦਾ ਔਰ ਸਾਰੇ ਆਨੰਦ ਲੈ ਰਹੇ ਨੇ ਤੇ ਬਚਣ ਦੀ ਕੋਸ਼ਿਸ਼ ਵੀ ਕਰ ਰਹੇ ਵੀ ਇਹ ਨਾ ਹੋਵੇ ਵਿਜੀਲੈਂਸ ਦੀ ਕੋਈ ਚਿੱਠੀ ਪੱਤਰ ਸਾਨੂੰ ਵੀ ਮਿਲ ਜੇ। ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ ਕਿ ਜਿਹੜੀ ਜੀਰੇ ਫੈਕਟਰੀ ਵਾਲੀ ਗੱਲ ਸੀ ਉਹ ਦੱਬੀ ਦਬਾਈ ਜੀ ਗਈ, ਫਿਰ ਉੱਭਰੀ ਕੱਲ, ਔਰ ਇਹਦੇ ਵਿੱਚ ਜਿਹੜਾ ਪੋਲਿਊਸ਼ਨ ਬੋਰਡ ਆ ਉਹ ਬਹੁਤ ਕਲੀਅਰ ਸਟੈਂਡ ਲੈ ਰਿਹਾ। ਮੁੱਖ ਮੰਤਰੀ ਨੇ ਜਿਹੜਾ 6 ਮਹੀਨੇ ਪਹਿਲਾਂ ਸਟੈਂਡ ਲਿਆ ਸੀ ਉਹਦੀ ਪੁਸ਼ਟੀ ਹੋ ਰਹੀ ਆ। ਲਿਖਤੀ ਆਰਡਰ ਮਿਲ ਗਿਆ ਕਿ ਨਹੀਂ ਮਿਲ ਗਏ? ਇੰਨੀ ਦੇਰ ਕਿਉਂ ਲੱਗੀ? ਥੋੜਾ ਜਿਹੀ ਗੱਲ ਅੱਗੇ ਬਤਾ ਦਿਓ। ਰੰਧਾਵਾ ਸਾਹਿਬ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੰਗਲਵਾਰ ਨੂੰ ਲਿਖਤੀ ਆਰਡਰ ਜਾਰੀ ਕਰਤਾ ਹੈ, ਔਰ ਇਹ ਤੁਸੀਂ ਕਹਿ ਰਹੇ ਹੋ ਕਿ ਟਾਈਮ ਕਿਉਂ ਲੱਗਿਆ? ਟਾਈਮ ਲੱਗਣ ਦੇ ਕੁਝ ਕਾਰਨ ਹੈਗੇ ਨੇ। ਸਭ ਤੋਂ ਉਹਨਾਂ ਦਾ ਵੱਡਾ ਕਾਰਨ ਇਹ ਹੈਗਾ ਕਿ ਜਿਵੇਂ ਮੈਂ ਤੁਹਾਨੂੰ ਸ਼ਨੀਵਾਰ ਵਾਲੇ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ ਸੀਗੀ ਕਿ 140 ਪੰਨਿਆਂ ਦਾ ਉੱਤਰ ਦਿੱਤਾ ਹੈ ਕੰਪਨੀ ਨੇ ਕਿ ਇਹ ਸਾਡਾ ਜਵਾਬ ਹੈ, ਜਿਸ ਤੋਂ ਉਹ ਸੰਤੁਸ਼ਟ ਨਹੀਂ ਸੀ ਨਜ਼ਰ ਆ ਰਹੇ ਜਿਹੜੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਹੈ। ਉਸ ਤੋਂ ਪਹਿਲਾਂ 4 ਰਿਪੋਰਟਾਂ ਆਲਰੇਡੀ ਉਹਨਾਂ ਕੋਲੇ ਹੈਗੀਆਂ ਨੇ। ਉਹਨਾਂ ਦੀ ਖੁਦ ਦੀ ਰਿਪੋਰਟ ਹੈਗੀ ਹੈ, ਪੋਲੂਸ਼ਨ ਬੋਰਡ ਸੈਂਟਰ ਵਾਲਾ ਹੈਗਾ ਜਿਹੜਾ ਉਹਦੀ ਰਿਪੋਰਟ ਹੈ, ਕੇਂਦਰੀ ਜਲ ਬੋਰਡ ਹੈ ਉਹਦੀ ਰਿਪੋਰਟ ਹੈ, ਇੱਕ ਹਾਈ ਕੋਰਟ ਨੇ 4 ਕਮੇਟੀਆਂ ਤੁਹਾਨੂੰ ਯਾਦ ਹੋਊਗਾ ਬਣਾਈਆਂ ਸੀ ਐਕਸਪਰਟਸ ਦੀਆਂ, ਉਹਨਾਂ ਦੀਆਂ ਵੀ ਡਿਫਰੈਂਟ ਰਿਪੋਰਟਾਂ ਸੀਗੀਆਂ। ਹੁਣ ਇੰਨਾ ਕੁਝ ਮਤਲਬ ਆ ਕੇ ਹਾਈ ਕੋਰਟ ਨੇ ਕਿਹਾ ਵੀ ਇਹ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ, ਸਾਰੀਆਂ ਰਿਪੋਰਟਸ ਨੂੰ ਇਕੱਠਾ ਕਰੋ ਔਰ ਇਕੱਠਾ ਕਰਕੇ ਇਹਦੇ ਨਤੀਜੇ ਤੇ ਕਿਸੇ ਪਹੁੰਚੋ ਤੇ ਇਹਨਾਂ ਨੂੰ ਮਤਲਬ ਸੁਣੋ ਤੇ ਸੁਣ ਕੇ ਫਿਰ ਇਹਦਾ ਇੱਕ ਆਰਡਰ ਪਾਸ ਕਰੋ ਪ੍ਰੋਪਰ। ਇਹ ਨਹੀਂ ਕਿ ਤੁਸੀਂ ਵਿੱਚ ਲਟਕਾ ਦਿਓ, ਇਹਦਾ ਆਰਡਰ ਪਾਸ ਕਰੋ ਪ੍ਰੋਪਰ। ਸੋ ਕੱਲ ਉਹਨਾਂ ਨੇ ਫਿਰ ਇਹ ਜਿਹੜੀ ਸੁਣਵਾਈ 30 ਜੂਨ ਨੂੰ ਕੀਤੀ ਸੀਗੀ, 30 ਜੂਨ ਤੋਂ ਬਾਅਦ ਫਿਰ ਉਹਨਾਂ ਨੇ ਇਹਨਾਂ ਨੂੰ ਸੁਣਿਆ। ਉਸ ਤੇ ਉਹਨਾਂ ਦੀ 140 ਪੰਨਿਆਂ ਦੀ ਰਿਪੋਰਟ ਲੈ ਕੇ ਸਾਰੇ ਕੱਲੀ ਚੀਜ਼ ਤੇ ਹਰ ਤੇ ਰਿਪੋਰਟ ਲਿੱਤੀ ਉਹਨਾਂ ਨੇ। ਫਿਰ ਉਹਨਾਂ ਤੋਂ ਲੇਕਿਨ ਉਹ ਜਿਹੜੇ ਕੁਐਸਚਨਸ ਉਹਨਾਂ ਨੇ ਰਾਈਜ਼ ਕੀਤੇ ਸੀ ਉਹਨਾਂ ਦਾ ਕਿਸੇ ਦਾ ਵੀ ਜਵਾਬ ਨਹੀਂ ਆਇਆ ਵੀ ਤੁਹਾਡੀ ਜਿਹੜੀ ਇਹ ਫੈਕਟਰੀ ਹੈ ਉਹਦੀ ਵਨਸਪਤੀ ਸਾਰੀ ਖਰਾਬ ਕਿਵੇਂ ਹੋਊਗੀ। ਜੇ ਤੁਸੀਂ ਕਹਿ ਰਹੇ ਹੋ ਵੀ ਇੱਥੇ ਤਾਂ ਕੋਈ ਅਸੀਂ ਇਹ ਜਿਹਾ ਕੋਈ ਚੀਜ਼ ਵਰਤਦੇ ਹੀ ਨਹੀਂ ਜਿਹਦੇ ਨਾਲ ਇਹ ਖਰਾਬ ਹੋ ਜਾਏ, ਤਾਂ ਉਹਨਾਂ ਨੇ ਉਹਦਾ ਕੋਈ ਜਵਾਬ ਨਹੀਂ ਸੀ। 28 ਜਿਹੜੇ ਬੋਰ ਕੀਤੇ ਹੋਏ ਨੇ, 28 ਪੂਰੇ ਫੈਕਟਰੀ ਪਰਿਸਰ 'ਚ 28 ਬੋਰ ਨੇ, ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਲਿਡ ਜਾਂ ਹੋਰ ਨਿਕਲ ਇਸ ਕਿਸਮ ਦੇ ਜਿਹੜੇ ਹੈਵੀ ਮੈਟਲਸ ਨੇ ਉਹ ਕਿੱਥੋਂ ਆ ਗਏ, ਕਿਉਂ ਆ ਗਏ? ਉਹ ਕਹਿੰਦੇ ਵੀ ਠੀਕ ਹੈ ਵੀ ਇਹ ਜ਼ਰੂਰੀ ਹੁੰਦੇ ਨੇ, ਸਾਡੀ ਹਿਊਮਨ ਬੋਡੀ 'ਚ ਵੀ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਪਰ ਇਹਦੀ ਇੱਕ ਮਾਤਰਾ ਹੁੰਦੀ ਹੈ। ਜੇ ਉਹ ਤੁਸੀਂ ਇਕੱਠਾ ਕਰੀ ਜਾਓਗੇ ਤਾਂ ਉਹ ਇਹ ਜੀ ਸਥਿਤੀ 'ਚ ਪਹੁੰਚ ਜਾਂਦਾ ਫਿਰ ਕਿ ਉਹ ਆਦਮੀ ਤਾਂ ਆਦਮੀ, ਪਸ਼ੂ ਪੰਛੀ ਜਿਹੜੇ ਵਨਸਪਤੀ ਹੈ ਸਭ ਨੂੰ ਹੀ ਬਰਬਾਦ ਕਰ ਦਿੰਦਾ। ਸੋ ਉਹਦਾ ਵੀ ਉਹ ਜਵਾਬ ਨਹੀਂ ਦੇ ਸਕੇ ਵੀ ਇਹ ਕਿੱਥੋਂ ਆਇਆ। ਸੌਰੀ। ਇਸ ਤੋਂ ਇਲਾਵਾ ਵੀ ਹੋਰ ਕਈ ਸਵਾਲ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਜਦੋਂ ਇੰਨੇ ਚੀਜ਼ਾਂ ਨੇ ਇਹਨੂੰ ਔਰ ਇਹਦਾ ਫਿਊਚਰ ਦੇ ਵਿੱਚ ਬਹੁਤ ਇੰਪੈਕਟ ਆਊਗਾ ਹੋਰ, ਜੇ ਅਸੀਂ ਇਹਨੂੰ ਇਸੇ ਸ਼ਰਤਾਂ ਦੇ ਉੱਤੇ ਚਲਾਉਣ ਦੀ ਇਜਾਜ਼ਤ ਤੁਹਾਨੂੰ ਦੇ ਦਈਏ ਤਾਂ ਇਹ ਦਿੱਤੀ ਨਹੀਂ ਜਾ ਸਕਦੀ। ਇਸ ਕਰਕੇ ਕੱਲ ਉਹਨਾਂ ਨੇ ਜਿਹੜੀ ਸਹਿਮਤੀ ਪੱਤਰ ਹੁੰਦਾ ਹੈ ਕਿਸੇ ਵੀ ਫੈਕਟਰੀ ਨੂੰ ਚਲਾਉਣ ਦਾ ਪੋਲੂਸ਼ਨ ਬੋਰਡ ਵੱਲੋਂ, ਉਹ ਵਾਪਿਸ ਲੈ ਲਿਆ ਔਰ ਉਹਨੂੰ ਰਿਫਿਊਜ਼ ਕਰਤਾ। ਉਹ ਹੁਣ ਇਹ ਫੈਕਟਰੀ ਹੁਣ ਅੱਗੇ ਨਹੀਂ ਚੱਲ ਪਾਏਗੀ ਜਦ ਤੱਕ ਹੋ ਸਕਦਾ ਅੱਗੇ ਕੋਈ ਇਹ ਜਿਹੀਆਂ ਚੀਜ਼ਾਂ ਉਹ ਕਰਨ ਜਿਹੜੀ ਪਿੱਛੇ ਉਹਨਾਂ ਨੇ ਲਿਸਟਿੰਗ ਕੀਤੀ ਹੋਊਗੀ ਵੀ ਆਹ ਚੀਜ਼ਾਂ ਦੀ ਲੋੜ ਹੈ, ਉਹ ਕਰਨ ਤਾਂ ਜਾ ਕੇ ਕਿਤੇ ਮੈਨੂੰ ਲੱਗਦਾ ਕਿ ਸ਼ਾਇਦ ਇਹ ਫੈਕਟਰੀ ਹੁਣ ਅੱਗੇ ਇਹਦਾ ਭਵਿੱਖ ਹੁਣ ਹਨੇਰੇ 'ਚ ਹੀ ਹੈ। ਹਾਂ, ਬਹੁਤ ਲੰਬੀ ਪ੍ਰਕਿਰਿਆ ਹੋਊਗੀ ਔਰ ਇੰਨੇ ਆਬਜੈਕਸ਼ਨ ਲੱਗਣ ਤੋਂ ਬਾਅਦ ਉਹਦੇ ਵਿੱਚੋਂ ਪਾਰ ਪਾਉਣਾ ਔਖਾ ਹੁੰਦਾ। ਭਾਸਕਰ ਸਾਹਿਬ, ਬਹੁਤ ਥੋੜਾ ਸਮਾਂ, ਜੇ ਸਾਡੇ ਕੋਲ 2 ਮੁੱਦੇ ਰਹਿ ਗਏ, 3 ਮੁੱਦੇ ਰਾਦਰ, ਤੇ ਮੈਂ ਚਾਹੂੰਗਾ ਕਿ ਤੁਸੀਂ ਬਹੁਤ ਹਲਕੀ ਟਿੱਪਣੀ ਦਿਓ ਤੇ ਉਸ ਤੋਂ ਬਾਅਦ ਸਰਵੇਸ਼ ਕੌਸ਼ਲ ਜਿਹੜੇ ਸਾਬਕਾ ਚੀਫ ਸੈਕਟਰੀ ਆ ਉਹਨਾਂ ਸੰਬੰਧੀ ਇੱਕ ਖਬਰ ਆ ਰਹੀ ਆ ਕਿ ਉਹਨਾਂ ਨੂੰ ਹੁਣ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਮਾਮਲੇ 'ਚ ਨੋਟਿਸ ਜਾਰੀ ਹੋਇਆ, ਵਿਜੀਲੈਂਸ ਨੇ ਸੱਦਿਆ ਹੋਇਆ। ਇਹ 3 ਅਫੀਸਰ IAS ਅਫੀਸਰ ਜਿਨ੍ਹਾਂ 'ਚ KPS ਸਿੱਧੂ, ਕਾਨ ਸਿੰਘ ਪੰਨੂ, ਸਰਵੇਸ਼ ਕੌਸ਼ਲ ਕਥਿਤ ਇਰੀਗੇਸ਼ਨ ਸਕੈਮ ਦੇ ਵਿੱਚ ਲਗਾਤਾਰ ਜਾ ਰਹੇ ਸੀਗੇ। ਵਿਜੀਲੈਂਸ ਕੋਲੇ ਉਹਨਾਂ ਨੂੰ ਪੁੱਛ ਪੜਤਾਲ ਲਈ ਸੱਦਿਆ ਜਾ ਰਿਹਾ ਸੀ, ਲੇਕਿਨ ਹੁਣ ਇਹ ਨਵਾਂ ਕੇਸ, ਕੀ ਇਸ ਤਰ੍ਹਾਂ ਦਾ ਕੇਸ ਸਾਰੇ ਉਹ ਲੋਕ ਜਿਹੜੇ ਵਿਜੀਲੈਂਸ ਦੇ ਦਾਇਰਿਆਂ 'ਚ ਨੇ ਉਹਨਾਂ ਦੇ ਖਿਲਾਫ ਵੀ ਅੱਗੇ ਵਧਾਏ ਜਾਣਗੇ? ਖੈਰ, ਇਹ ਗੱਲ ਨੂੰ ਤੋਰ ਦਿਓ ਜੀ। ਬਿਲਕੁਲ। ਇਸ ਤੋਂ ਪਹਿਲੇ ਮੈਂ ਜੀਰਾ ਫੈਕਟਰੀ ਦੀ ਮੈਂ ਟਾਈਮਲਾਈਨ ਜ਼ਰੂਰ ਦੱਸਣਾ ਚਾਹੂੰਗਾ। 18 ਦਸੰਬਰ ਤੋਂ ਪਹਿਲੇ ਹਾਈ ਕੋਰਟ ਦੇ ਆਰਡਰ ਹੁੰਦੇ ਨੇ, ਉੱਥੇ ਜਿਹੜਾ ਧਰਨਾ ਪ੍ਰਦਰਸ਼ਨ ਲੱਗਿਆ ਉਹਨੂੰ ਖਾਲੀ ਕਰਾਓ। ਲਾਠੀ ਚਾਰਜ ਹੁੰਦਾ ਹੈ, ਮੁੱਦਾ ਬਿਲਕੁਲ ਉੱਤੇ ਚੜ ਜਾਂਦਾ ਔਰ ਪੰਜਾਬ ਦੇ ਵਿੱਚ ਇਸ ਮੁੱਦੇ ਦਾ ਜ਼ਿਕਰ ਹਰ ਮੀਡੀਆ ਹਾਊਸ ਦੇ ਵਿੱਚ ਹੁੰਦਾ ਹੈ। ਉਸ ਤੋਂ ਬਾਅਦ 17 ਜਨਵਰੀ ਨੂੰ ਮੁੱਖ ਮੰਤਰੀ ਅਚਾਨਕ ਲਾਈਵ ਹੁੰਦੇ ਨੇ ਔਰ ਇਹ ਕਹਿੰਦੇ ਨੇ ਕਿ ਅਸੀਂ ਜੀਰਾ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਲਿੱਤਾ ਹੈ।
ਔਰ ਜੀਰਾ ਫੈਕਟਰੀ ਦੇ ਆਲੇ ਦੁਆਲੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀ ਉਹ ਮਨਾ ਕਰਦੇ ਨੇ ਆਪਣਾ ਧਰਨਾ ਉਠਾਉਣ ਨੂੰ, ਕਿਉਂਕਿ ਮੁੱਖ ਮੰਤਰੀ ਦੇ ਆਰਡਰ ਨੂੰ ਜਦ ਤੱਕ ਲਿਖਿਤ ਤੌਰ ਤੇ ਨਹੀਂ ਮਿਲਦੇ ਤਦ ਤੱਕ ਅਸੀਂ ਬਿਲਕੁਲ ਵੀ ਇਸ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਅੱਜ ਅਸੀਂ 7 ਜੁਲਾਈ ਨੂੰ ਗੱਲ ਕਰ ਰਹੇ ਹਾਂ। ਅੱਜ ਉਹ ਕੰਸੈਂਟ ਟੂ ਆਪਰੇਟ ਹਟਾਉਣ ਦੀ ਗੱਲ ਚੱਲ ਰਹੀ ਹੈ, ਜਿਹੜੀ ਗੱਲਾਂ ਪਹਿਲੇ ਵੀ ਚੱਲੀ ਸੀ ਕਿ 31 ਮਾਰਚ ਨੂੰ ਕੰਸੈਂਟ ਟੂ ਆਪਰੇਟ ਜੀਰਾ ਫੈਕਟਰੀ ਤੋਂ ਵਾਪਸ ਲਿੱਤਾ ਜਾਏਗਾ। ਪਰ ਚਲੋ ਇਹ ਮੈਂ ਟਾਈਮਲਾਈਨ ਇਸ ਕਰਕੇ ਦੱਸੀ ਹੈ ਕਿ ਇਸ ਮੁੱਦੇ ਦੇ ਉੱਤੇ ਮੁੱਖ ਮੰਤਰੀ ਨੇ 17 ਜਨਵਰੀ ਨੂੰ ਅਨਾਉਂਸਮੈਂਟ ਕੀਤੀ ਸੀ ਕਿ ਫੈਕਟਰੀ ਕਲੋਜ਼ ਕਰਨ ਦੀ। ਹੁਣ ਗੱਲ ਕਰੀਏ ਵਿਜੀਲੈਂਸ ਦੀ, ਕਿਉਂਕਿ ਵਿਜੀਲੈਂਸ ਦੀ ਗੱਲ ਕੀਤੇ ਬਗੈਰ ਮੈਨੂੰ ਇਹ ਲੱਗਦਾ ਹੈ ਕਿ ਕੁਝ ਨਾ ਕੁਝ ਵਿਜੀਲੈਂਸ ਦੇ ਵਿੱਚ ਏਦਾਂ ਜ਼ਰੂਰ ਰੋਜ਼ ਹੁੰਦਾ ਹੈ ਜੋ ਸਾਨੂੰ ਉਹਦਾ ਜ਼ਿਕਰ ਕਰਨਾ ਪੈਂਦਾ ਹੈ। ਹੁਣ ਸਰਵੇਸ਼ ਕੋਸ਼ਲ ਉਹਨਾਂ ਦੀ ਗੱਲ ਚੱਲ ਰਹੀ ਹੈ, ਐਕਸ ਚੀਫ ਸੈਕਟਰੀ ਹੈਗੇ ਨੇ, ਉਹਨਾਂ ਨੂੰ ਇਰੀਗੇਸ਼ਨ ਸਕੈਮ ਦੇ ਵਿੱਚ ਕਈ ਵਾਰ ਵਿਜੀਲੈਂਸ ਬਿਊਰੋ ਦੇ ਵਿੱਚ ਸੱਦਿਆ ਜਾ ਚੁੱਕਿਆ ਹੈ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ। ਹੁਣ ਵਿਜੀਲੈਂਸ ਨੇ ਫੈਸਲਾ ਕੀਤਾ ਹੈ ਕਿ ਡਿਸਪ੍ਰਪੋਰਸ਼ਨੇਟ ਅਸੈਟ ਦਾ ਕੇਸ ਵੀ ਉਹਨਾਂ ਦੇ ਉੱਤੇ ਪਾ ਰਹੇ ਨੇ। ਜੁਲਾਈ 11 ਨੂੰ ਡਿਸਪ੍ਰਪੋਰਸ਼ਨੇਟ ਆਫ ਅਸੈਟਸ ਇਸ ਕੇਸ ਦੇ ਵਿੱਚ ਉਹਨਾਂ ਨੂੰ ਸੰਮਨ ਭੇਜਿਆ, ਬੁਲਾਇਆ ਗਿਆ ਕਿ ਇਹ ਤੁਹਾਡੀ ਮੂਵੇਬਲ ਇਮੂਵੇਬਲ ਪ੍ਰਾਪਰਟੀਜ਼ ਹੈਗੀਆਂ, ਇਹਦਾ ਹਿਸਾਬ ਕਿਤਾਬ ਦਿਓ ਕਿ ਵੀ ਇਹ ਤੁਸੀਂ ਕਿੱਥੋਂ ਬਣਾਈ। ਹੁਣ ਇਰੀਗੇਸ਼ਨ ਸਕੈਮ ਤੋਂ ਇਲਾਵਾ ਸਰਵੇਸ਼ ਕੋਸ਼ਲ ਉਹਨਾਂ ਦੀ ਮੁਸੀਬਤਾਂ ਡਿਸਪ੍ਰਪੋਰਸ਼ਨੇਟ ਅਸੈਟ ਦੇ ਕੇਸ ਦੇ ਵਿੱਚ ਵੀ ਵੱਧ ਜਾਣਗੀਆਂ। ਉਸ ਤੋਂ ਇਲਾਵਾ KBS ਸਿੱਧੂ, ਕਾਨ ਸਿੰਘ ਪੰਨੂ ਉਹ ਇਰੀਗੇਸ਼ਨ ਸਕੈਮ ਦੇ ਵਿੱਚ ਸੱਦੇ ਜਾ ਰਹੇ ਨੇ। DA ਦਾ ਕੇਸ ਹਜੇ ਤੱਕ ਉਹਨਾਂ ਦੇ ਉੱਤੇ ਨਹੀਂ ਪਾਇਆ ਗਿਆ, ਇਹ ਗੱਲਾਂ ਵੀ ਹਜੇ ਤੱਕ ਸਾਹਮਣੇ ਨਹੀਂ ਆਈਆਂ। ਪਰ ਚਲੋ ਇਹ ਹੁਣ ਮੁਸੀਬਤਾਂ ਸਰਵੇਸ਼ ਕੋਸ਼ਲ ਉਹਨਾਂ ਦੀ ਇੱਕ ਤਰੀਕੇ ਨਾਲ ਮਲਟੀਪਲਾਈਡ ਹੋ ਜਾਣਗੀਆਂ ਜਦ ਉਹਨਾਂ ਨੂੰ DA ਕੇਸ ਦੇ ਵਿੱਚ ਵੀ ਡਿਸਪ੍ਰਪੋਰਸ਼ਨੇਟ ਆਫ ਅਸੈਟ ਕੇਸ ਦੇ ਵਿੱਚ ਵੀ ਵਿਜੀਲੈਂਸ ਬਿਊਰੋ ਦੀ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਨਾ ਪੈਣਾ। ਇੰਦਰਪ੍ਰੀਤ ਜੀ ਕੋਲ ਇਹਦੇ ਨਾਲ ਸੰਬੰਧਿਤ ਕੁਝ ਕਹਿਣ ਲਈ ਆ। ਇੰਦਰਪ੍ਰੀਤ ਜੀ ਕਾਲੀ ਚ ਆਪਣੀ ਗੱਲ ਮੁਕਾ ਦਿਓ ਜਰਾ। ਮੈਂ ਤਾਂ ਜਸਟ ਇੰਨੀ ਕੀ ਗੱਲ ਕਰਨੀ ਸੀ ਕਿ ਵਿਜੀਲੈਂਸ ਬਿਊਰੋ ਨੇ ਜਿਹੜਾ ਇਰੀਗੇਸ਼ਨ ਸਕੈਮ ਦੇ ਵਿੱਚ ਉਹਨਾਂ ਨੂੰ ਪਹਿਲਾਂ ਨਾਮਜ਼ਦ ਕੀਤਾ ਸੀ ਕਿ ਇਰੀਗੇਸ਼ਨ ਬੁਲਾਇਆ ਸੀ ਕਿ ਇਰੀਗੇਸ਼ਨ ਸਕੈਮ ਦੇ ਵਿੱਚ ਇਹਨਾਂ ਦਾ ਹੱਥ ਹੈ, ਉਹਦੀ ਪੁੱਛਤਾਛ ਹੋਈ ਹੈ। ਮੈਨੂੰ ਲੱਗਦਾ ਕਿ ਸ਼ਾਇਦ ਜਾਂ ਤਾਂ ਵਿਜੀਲੈਂਸ ਨੂੰ ਉਸ 'ਚ ਕੁਝ ਮਿਲਿਆ ਨਹੀਂ ਹੈ, ਪਰ ਸਰਕਾਰ ਦਾ ਦਬਾਅ ਹੈ ਕਿ ਇਹ ਤੇ ਕੋਈ ਨਾ ਕੋਈ ਕਾਰਵਾਈ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਹੁਣ ਜਿਹੜਾ ਆਮਦਨ ਤੋਂ ਵੱਧ ਸਰੋਤਾਂ ਨੂੰ ਲੈ ਕੇ ਉਹਨਾਂ ਦਾ ਪੁੱਛਗਿੱਛ ਕੀਤੀ ਜਾ ਰਹੀ ਹੈ। ਔਰ ਸਿਰਫ ਇੱਕੋ ਹੀ ਚੀਜ਼ ਹੈਗਾ ਕਿ ਪਹਿਲਾਂ ਵੀ ਮੇਰਾ ਜਿੱਥੇ ਤੱਕ ਮੈਨੂੰ ਯਾਦ ਹੈ ਕਿ ਪਹਿਲਾਂ ਵੀ ਉਹਨਾਂ ਦੇ ਉੱਤੇ ਇੱਕ ਵਿਜੀਲੈਂਸ ਦਾ ਕੇਸ ਚੱਲ ਰਿਹਾ ਸੀ ਜਿਹੜਾ 2011 ਦੇ ਵਿੱਚ ਉਹਨਾਂ ਨੂੰ ਕਲੀਨ ਚਿੱਟ ਮਿਲੀ ਸੀ। 2011 ਤੱਕ ਯਾਨੀ ਕਿ 2011 ਤੱਕ ਦੀ ਸਾਰੀ ਇਨਕੁਆਇਰੀ ਹੋ ਚੁੱਕੀ ਹੈ। ਹੁਣ ਕੀ ਵਿਜੀਲੈਂਸ ਬਿਊਰੋ ਨੇ 11 ਤੋਂ ਲੈ ਕੇ 15 ਤੱਕ ਜਦੋਂ ਉਹ ਰਿਟਾਇਰ ਹੋਏ ਸੀ ਉਦੋਂ ਤੱਕ ਦੇ ਜਿਹੜੀ ਉਹਨਾਂ ਦੀ ਆਮਦਨ ਵਧੀ ਜਾਂ ਘਟੀ ਉਸ ਦੇ ਉੱਤੇ ਬੁਲਾਇਆ, ਇਹਦੇ ਹਜੇ ਕਲੈਰਿਟੀ ਨਹੀਂ ਮਿਲ ਰਹੀ ਹੈ। ਮੈਨੂੰ ਲੱਗਦਾ ਕਿ ਇਹ ਇੱਕ ਇਸ਼ੂ ਹੋਊਗਾ ਜ਼ਰੂਰ, ਕਿਉਂਕਿ ਉਹਨਾਂ ਨੇ ਸ਼ਾਇਦ ਜਦੋਂ ਪਿਛਲੀ ਵਾਰ ਮੈਨੂੰ ਯਾਦ ਹੈ ਜਦੋਂ ਲਾਸਟ ਵਿਜ਼ਿਟ ਉਹਨਾਂ ਦੀ ਹੋਈ ਸੀ ਵਿਜੀਲੈਂਸ ਬਿਊਰੋ ਦੇ ਵਿੱਚ, ਉਹਨਾਂ ਨੇ ਇਹ ਕਿਹਾ ਸੀ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਕਿ ਮੈਨੂੰ ਉਹ ਵਾਲੀ ਜਿਹੜੀ ਤੁਸੀਂ ਮੈਨੂੰ ਕਲੀਨ ਚਿੱਟ ਦੇ ਚੁੱਕੇ ਹੋ ਉਹਦੀ ਰਿਪੋਰਟ ਦਿਓ। ਉਹ ਰਿਪੋਰਟ ਤੋਂ ਬਾਅਦ ਹੀ ਤੁਸੀਂ ਮੈਨੂੰ ਅਗਲਿਆਂ ਲਈ ਬੁਲਾ ਸਕਦੇ ਹੋ ਨਾ, ਕਿਉਂਕਿ ਪਿਛਲੇ ਵਾਰ ਤਾਂ ਤੁਸੀਂ ਕਲੀਨ ਚਿੱਟ ਦੇ ਹੀ ਬੈਠੇ ਹੋ ਤੇ ਅਗਲੇ ਲਈ ਫਿਰ ਤਾਂ ਹੀ ਬੁਲਾਇਆ ਜਾ ਸਕਦਾ ਜੀ। ਸਾਡੀ ਸਾਰੀ ਦੀ ਸਾਰੀ ਇਹ ਮੁਲਾਂਕਣ ਜਾਂ ਰਿਪੋਰਟ ਸਾਡੀ ਛਪੀਆਂ ਖਬਰਾਂ ਦੇ ਆਧਾਰਿਤ ਹੈ। ਮੈਂ ਚਾਹੂੰਗਾ ਕਿ ਇੰਦਰਪ੍ਰੀਤ ਜੀ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਵੀ ਕਰਨ ਔਰ ਜੇ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਵੀ ਸੰਭਵ ਹੋਵੇ ਤਾਂ ਗੱਲਬਾਤ ਕਰਨ, ਇਸ ਮਾਮਲੇ ਨੂੰ ਅਸੀਂ ਹੋਰ ਥੋੜਾ ਸਾਫ਼ ਗੋਈ ਨਾਲ ਅੱਗੇ ਵਧਾ ਸਕੀਏ। ਮੈਂ ਇੰਦਰਪ੍ਰੀਤ ਜੀ ਅਗਲਾ ਮਾਮਲਾ ਤੁਹਾਡੇ ਕੋਲ ਲੈਣਾ ਚਾਹੁੰਦਾ। ਦੇਖੋ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਚੌਂਕ ਦੇ ਵਿੱਚ ਪ੍ਰਦਰਸ਼ਨਕਾਰੀ ਬੈਠੇ ਨੇ ਬੰਦੀ ਸਿੱਖਾਂ ਦੀ ਮੰਗ ਨੂੰ ਲੈ ਕੇ, ਹਵਾਰਾ ਕਮੇਟੀ ਨਾਲ ਸੰਬੰਧਿਤ ਲੋਕ ਨੇ ਔਰ ਉੱਥੇ ਗਿਣਤੀ ਬੜੀ ਘੱਟ ਹੈ। ਅਸੀਂ ਦੇਖ ਰਹੇ ਹਾਂ ਮਹੀਨਿਆਂ ਤੋਂ ਕਿ ਬਹੁਤ ਥੋੜੀ ਗਿਣਤੀ ਦੇ ਵਿੱਚ ਬਸ ਸੰਕੇਤ ਮਾਤਰੀ ਧਰਨਾ ਹੈ ਤੇ ਉਧਰ ਇਹਦੀ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਹੈ। ਆਖਰ ਵੈਸੇ ਤਾਂ ਇਹ ਸਵਾਲ ਉੱਠਦਾ ਹੀ ਆ ਕਿ ਜਿਹੜੇ ਵੀ ਮੋਰਚੇ ਹੁੰਦੇ ਆ, ਮੋਰਚਿਆਂ ਦਾ ਸਰੂਪ ਹੁੰਦਾ ਹੈ, ਮੋਰਚਿਆਂ 'ਚ ਲੋਕਾਂ ਦਾ ਸਮਰਥਨ ਹੁੰਦਾ ਹੈ। ਅਸੀਂ ਮੋਰਚੇ ਦੇਖੇ ਨੇ ਔਰ ਅਸੀਂ ਮੋਰਚਾ ਹੁਣੇ ਕਿਸਾਨੀ ਦਾ ਵੀ ਦੇਖਿਆ ਜਿੱਥੇ ਲੋਕਾਂ ਦੇ ਅੰਦਰ ਇੱਕ ਵੇਗ ਬਣ ਜਾਂਦਾ ਚੀਜ਼ਾਂ ਨੂੰ ਲੈ ਕੇ। ਭਾਵਨਾਤਮਕ ਪਹੁੰਚ ਜਿਹੜੀ ਹੈ ਬੜੀ ਜ਼ਰੂਰੀ ਹੁੰਦੀ ਹੈ। ਸੋ ਪਹਿਲੀ ਗੱਲ ਤੇ ਕੀ ਅਸੀਂ ਮੋਰਚਿਆਂ ਦਾ ਸਰੂਪ ਹੀ ਕਿਤੇ ਪ੍ਰਭਾਵਿਤ ਤਾਂ ਨਹੀਂ ਕਰ ਦਿਆਂਗੇ ਇਦਾਂ? ਇਹ ਉੱਥੋਂ ਦੇ ਪ੍ਰਬੰਧਕਾਂ ਨੂੰ ਥੋੜਾ ਜਿਹਾ ਸੋਚਣ ਦੀ ਲੋੜ ਹੈ। ਵੈਸੇ ਤਾਂ ਬਹੁਤ ਸਿਆਣੇ ਲੋਕ ਨੇ, ਵੱਡੇ ਲੋਕ ਨੇ, ਉਹਨਾਂ ਨੂੰ ਇਹ ਸੋਚਣਾ ਬਣਦਾ ਹੈ ਕਿ ਕੀ ਅਸੀਂ ਇਹਦੇ ਨਾਲ ਮੋਰਚਿਆਂ ਦੀ ਭਰੋਸੇਯੋਗਤਾ ਹੀ ਦਾਅ ਤੇ ਨਹੀਂ ਲਾ ਰਹੇ। ਤੇ ਦੂਜਾ ਸਵਾਲ ਮੈਂ ਇਹਦੇ ਨਾਲ ਹੀ ਜੁੜਦਾ ਹੋਇਆ, ਮੈਂ ਇਹ ਅਦਾਲਤ ਵਿੱਚ ਕੀ ਹੋਇਆ ਉਹ ਪੁੱਛਣਾ ਚਾਹੂੰਗਾ, ਲੇਕਿਨ ਦੂਜਾ ਸਵਾਲ ਕਿ ਅਮਰੀਕਾ ਤੇ ਕੈਨੇਡਾ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਨਾਲ ਸਿੱਖਾਂ ਦੀ ਇਮੇਜ ਖਰਾਬ ਵੀ ਹੋ ਰਹੀ ਆ। ਉਹਦੇ ਵਿੱਚ ਲੋਕਾਂ ਦੇ ਜਜ਼ਬਾਤ ਹੋਣਗੇ, ਉਹਦੇ ਵਿੱਚ ਲੋਕਾਂ ਦਾ ਗੁੱਸਾ ਹੋਊਗਾ, ਮੁੱਦੇ ਬਹੁਤ ਸੈਂਸਿਟਿਵ ਨੇ, ਸੰਵੇਦਨਸ਼ੀਲ ਹੈ। ਪਰ ਇਹੀ ਇੱਕ ਰਾਹ ਬਚਦਾ ਹੈ ਕਿ ਅਸੀਂ ਅਗਜਨੀ ਵਰਗੀਆਂ ਚੀਜ਼ਾਂ ਨਾਲ ਅੱਗੇ ਵਧੀਏ। ਕਿ ਅਸੀਂ ਇਸ ਨਾਲ ਇੱਕ ਦੂਜੀ ਕਮਿਊਨਿਟੀ ਵਾਂਗ ਸ਼ੱਕ ਦੇ ਦਾਇਰੇ 'ਚ ਤਾਂ ਨਹੀਂ ਆ ਰਹੇ? ਕਿ ਅਸੀਂ ਹੁੜਦੰਗਪੁਣਾ ਜਾਂ ਅਸੀਂ ਹੁੱਲੜਬਾਜ਼ੀ ਲਈ ਤਾਂ ਨਹੀਂ ਜਾਣੇ ਜਾਵਾਂਗੇ? ਸਾਨੂੰ ਬਹੁਤ ਸਲੀਕੇ ਨਾਲ ਇਹੀ ਸਭ ਤੋਂ ਵੱਡਾ ਖੜਾ ਹੁੰਦਾ, ਇਹੀ ਵੈਕਿਊਮ ਹੁੰਦਾ। ਲੀਡਰਸ਼ਿਪ ਦਾ ਖੜਾ ਹੋਰ ਕਿਹਨੂੰ ਕਹਿੰਦੇ ਆ?
ਕਿਸੇ ਸਮੇਂ ਵੱਡੇ ਵੱਡੇ ਲੀਡਰ ਸੀਗੇ, ਦੁਨੀਆ 'ਚ ਕਿਤੇ ਬੈਠਾ ਸਿੱਖ ਹੁੰਦਾ ਸੀ, ਕੋਈ ਅਕਾਲੀ ਲੀਡਰ ਅਪੀਲ ਕਰਦਾ ਸੀ, ਉਹਦਾ ਅਸਰ ਹੁੰਦਾ ਸੀ। ਅੱਜ ਦੇ ਦਿਨ 'ਚ ਸਮੂਹਿਕ ਤੌਰ ਤੇ ਸਿੱਖ ਮਾਨਸਿਕਤਾ ਨੂੰ ਕੌਣ ਐਡਰੈਸ ਕਰਨ ਵਾਲਾ? ਸੁਖਬੀਰ ਸਿੰਘ ਬਾਦਲ ਜੇ ਸਮਝਦੇ ਹੋਣ, ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਅਕਾਲ ਤਖਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਾਂ ਕੋਈ ਵੀ ਹੋਰ ਹਵਾਰਾ ਕਮੇਟੀ ਤੋਂ ਲੈ ਕੇ ਜਿਹੜੇ ਵੀ ਬਾਕੀ ਲੋਕ ਨੇ, ਉਹ ਸਾਰੇ ਜੇ ਸੋਚਦੇ ਹੋਣ ਕਿ ਕੌਣ ਹੈ ਜਿਹਦੀ ਮਾਸਸ ਨੂੰ ਅਪੀਲ ਹੋਵੇ, ਜਿਹੜੀ ਲੋਕਾਂ ਦੇ ਵਿੱਚ ਪ੍ਰਵਾਨਗੀ ਹੋਵੇ, ਸਾਡੇ ਲੀਡਰ ਨਹੀਂ ਰਹੇ, ਅਸੀਂ ਲੀਡਰ ਰਹਿਤ ਹੋ ਗਏ ਹਾਂ, ਇਹ ਸਵਾਲ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ। ਦੁਨੀਆ ਭਰ 'ਚ ਬੈਠੇ ਲੋਕਾਂ ਦਾ ਕੋਈ ਪ੍ਰਵਾਨਿਤ ਲੀਡਰ ਨਹੀਂ, ਸਿੱਖ ਕੌਮ ਦਾ ਕੋਈ ਲੀਡਰ ਨਹੀਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਭਾਵਹੀਣ ਹੋ ਕੇ ਰਹਿ ਗਏ ਨੇ। ਮੈਨੂੰ ਜ਼ਰੂਰ ਦੱਸੋ ਕਿ ਅਸੀਂ ਗਲਤ ਰਾਏ ਤਾਂ ਨਹੀਂ ਪੈ ਰਹੇ। ਰੰਧਾਵਾ ਸਾਹਿਬ ਦੇਖੋ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿਸਾਨੀ ਅਤੇ ਜਿਹੜਾ ਮੋਰਚਾ ਲੱਗਿਆ, ਇਨਸਾਫ ਮੋਰਚਾ, ਕੌਮੀ ਇਨਸਾਫ ਮੋਰਚਾ ਜਿਹੜਾ ਲੱਗਿਆ, ਮੋਰਚਿਆਂ ਦੀ ਇੱਕ ਆਪਣੀ ਉਹ ਹੈਗੀ ਹੈ। ਮੈਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀ ਇਸ ਇਸ਼ੂ ਤੇ। ਅਸੀਂ ਇੱਕ ਮੋਰਚਾ ਅੱਜ ਦੀ ਜਿਹੜੀ ਡਿਬੇਟ ਚੱਲ ਰਹੀ ਹੈ, ਇਹਦੇ ਵਿੱਚ ਵੀ ਇੱਕ ਜ਼ਿਕਰ ਕਰਕੇ ਹਟਿਆ, ਜਿਹੜਾ ਜੀਰਾ ਫੈਕਟਰੀ ਦੇ ਬਾਹਰ ਲੱਗਿਆ ਹੋਇਆ ਸੀ। ਇੱਕ ਸੈਂਸਿਟੀਵਿਟੀ ਹੁੰਦੀ ਹੈ ਕਿਸੇ ਚੀਜ਼ ਦੀ, ਵੀ ਇੱਕ ਇਸ਼ੂ ਕੀ ਹੈ, ਅਸੀਂ ਕਿਸ ਇਸ਼ੂ ਤੇ ਲਗਾਇਆ ਮੋਰਚਾ, ਤਾਂ ਲੋਕਾਂ ਦਾ ਕਿੰਨਾ ਸਮਰਥਨ ਹੈ ਉਦੋਂ। ਇਹ ਜਦੋਂ ਤੱਕ ਦੇਖੋ, ਉੱਥੇ ਬਹੁਤ ਜੀਰਾ ਫੈਕਟਰੀ ਦੇ ਬਾਹਰ 1 ਸਾਲ ਤੱਕ ਚੱਲਿਆ ਮੋਰਚਾ, ਉਹ ਲੋਕਾਂ ਦਾ ਪੂਰਾ ਸਮਰਥਨ ਰਿਹਾ, ਦੂਰੋਂ ਦੂਰੋਂ ਲੋਕ ਉਹਨਾਂ ਨੂੰ ਆਉਂਦੇ ਰਹੇ ਆ। ਉਹਦੇ ਸਮਰਥਨ ਕਰਕੇ ਹੀ ਐਨਜੀਟੀ ਨੇ, ਸੁਪਰੀਮ ਕੋਰਟ ਨੇ, ਹੋਰ ਕਿੰਨੇ ਥਾਵਾਂ ਤੇ ਇਹ ਕੇਸ ਮਤਲਬ ਚੱਲੇ ਨੇ, ਤੇ ਉਹਦੀ 4 ਕਮੇਟੀਆਂ ਹਾਈ ਕੋਰਟ ਨੇ ਅਲੱਗ ਬਣਾਈਆਂ, ਦੂਜਿਆਂ ਨੇ ਅਲੱਗ ਬਣਾਈਆਂ, ਅੱਜ ਇੱਕ ਨਤੀਜੇ ਤੇ ਅਸੀਂ ਪਹੁੰਚ ਗਿਆ। ਪਰ ਇੱਥੇ ਬਿਲਕੁਲ ਤੁਹਾਡੀ ਗੱਲ ਠੀਕ ਹੈ, ਬਹੁਤ ਹੀ ਨਾਮ ਮਾਤਰ ਲੋਕ ਨੇ, 10-15 ਲੋਕ ਮੈਨੂੰ ਲੱਗਦਾ, ਇਸ ਤੋਂ ਜ਼ਿਆਦਾ ਨਹੀਂ ਹੋਣੇ। ਹਾਂ ਠੀਕ ਹੈ, ਉਹਨਾਂ ਦੇ ਕੈਂਪ ਜ਼ਰੂਰ ਬਣੇ ਹੋਏ ਨੇ, ਉੱਥੇ ਕੋਈ ਵੀ ਨਹੀਂ ਹੁੰਦਾ, ਕੋਈ ਵੀ ਨਹੀਂ ਹੁੰਦਾ। ਇੱਕ ਸਿੰਬੋਲਿਕ ਤੌਰ ਤੇ 2-4 ਬੰਦੇ ਉੱਤੇ ਆ ਕੇ ਵਾਪਸ ਚਲੇ ਜਾਂਦੇ ਆ, ਪਰ ਉਹ ਚੰਡੀਗੜ੍ਹ ਅੱਗੇ ਨਾ ਵਧ ਸਕਣ, ਇਸ ਕਰਕੇ ਜਿਹੜਾ ਚੰਡੀਗੜ੍ਹ ਪੁਲਿਸ ਨੇ ਉਹ ਗੇਟ ਹੀ ਬੰਦ ਕੀਤੇ ਹੋਏ ਨੇ, ਬੈਰੀਕੇਡ ਲਗਾ ਰੱਖੇ ਆ, ਉਹ ਸੜਕ ਹੀ ਪੂਰੀ ਬੰਦ ਹੈ, ਜਦਕਿ ਉਹ ਸਭ ਤੋਂ ਇੰਪੋਰਟੈਂਟ ਸੜਕ ਹੈ ਜਿੱਥੇ ਸਭ ਤੋਂ ਜ਼ਿਆਦਾ ਰਸ਼ ਹੁੰਦਾ। ਸੋ ਡੀਜੀਪੀ ਨੂੰ ਕੱਲ ਇਸੇ ਤੇ ਹੀ ਹਾਈ ਕੋਰਟ ਨੇ ਜਵਾਬ ਤਲਬ ਕੀਤਾ ਹੈ ਵੀ ਤੁਸੀਂ ਕਰ ਕੀ ਰਹੇ ਹੋ, ਵੀ ਤੁਹਾਡੇ ਤੋਂ ਇੱਕ ਮੋਰਚਾ ਨਹੀਂ ਹਟਾਇਆ ਜਾ ਰਿਹਾ, ਕੀ ਇਹ ਜੀ ਚੀਜ਼ ਹੈ ਵੀ ਤੁਸੀਂ ਉਹਨਾਂ ਦੀ ਗੱਲਾਂ ਨਹੀਂ ਮੰਨ ਸਕਦੇ। ਮਤਲਬ ਬਹੁਤ ਸਾਰੇ ਸਵਾਲ ਉਹਨਾਂ ਨੇ ਕੀਤੇ ਹੈ। ਹੁਣ ਅਗਲੀ ਤਰੀਕ ਤੇ ਡੀਜੀਪੀ ਸਾਹਿਬ ਨੇ ਉਹਦਾ ਜਵਾਬ ਦੇਣਾ ਹੈ। ਇਹੀ ਦਿੱਕਤ ਸਭ ਤੋਂ ਜ਼ਿਆਦਾ ਆ ਰਹੀ ਹੈ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਕਰਕੇ ਸਾਡੀ ਨਾ ਜਿਹੜੀ ਇੱਕ ਮੋਰਚੇ ਦੀ ਵੈਲਿਊ ਹੁੰਦੀ ਸੀ, ਉਹ ਖਤਮ ਹੁੰਦੀ ਜਾ ਰਹੀ ਹੈ। ਅੱਜ ਕਿਸਾਨੀ ਵੀ ਤੁਸੀਂ ਦੇਖੋ, ਮੋਰਚੇ ਲਾਉਂਦੇ ਤਾਂ ਲੋਕ ਹੀ ਉਹਨਾਂ ਨੂੰ ਪੈਣ ਲੱਗ ਗਏ, ਯਾਰ ਤੁਸੀਂ ਕੀ ਹਰ ਜਗ੍ਹਾ ਤੇ ਮੋਰਚਾ ਲਾ ਕੇ ਬੈਠ ਜਾਂਦੇ ਹੋ। ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਜਿਹੜੀ ਇੱਕ ਸਟਰੈਂਥ ਹੁੰਦੀ ਹੈ, ਇਹਨੂੰ ਘਟਾਣਾ ਨਹੀਂ ਚਾਹੀਦਾ, ਇਹਦੀ ਵੈਲਿਊ ਬਣਾ ਕੇ ਰੱਖਣੀ ਚਾਹੀਦੀ ਹੈ। ਸੇਮ ਹੀ ਚੀਜ਼ ਤੁਸੀਂ ਦੇਖੋ, ਅਸੀਂ ਅਗਰ ਇਹਦੀ ਗੱਲ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਜਾਂ ਸੈਨ ਫਰਾਂਸਿਸਕੋ ਦੇ ਵਿੱਚ ਅਸੀਂ ਉਹ ਅੱਗ ਲਗਾਤੀ ਉੱਥੇ, ਤਾਂ ਇਹ ਕਿੰਨੀ ਕੁ ਚੰਗੀ ਗੱਲ ਕੀਤੀ ਹੈ। ਤੁਸੀਂ ਦੇਖੋ, ਬਹੁਤ ਸਾਰੀ ਜਿਹੜੀ ਤੁਹਾਡੀ ਇੱਕ ਕਾਰਵਾਈ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਕਿ ਅਸੀਂ ਇਸ ਬਾਰੇ ਬਿਲਕੁਲ ਵੀ ਨਹੀਂ ਸੋਚਦੇ ਹੁੰਦੇ। ਮੈਨੂੰ ਲੱਗਦਾ ਕਿ ਅਸੀਂ ਉਹਨਾਂ ਲੋਕਾਂ ਨੂੰ ਖਤਰੇ 'ਚ ਪਾ ਦਿੰਦੇ ਹਾਂ ਜਿਨ੍ਹਾਂ ਦਾ ਇਹਨਾਂ ਚੀਜ਼ਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਪਰ ਉਹਨਾਂ ਦੀ ਜਾਨਾਂ ਵੀ ਖਤਰੇ 'ਚ ਆ ਜਾਂਦੀਆਂ, ਉਹਨਾਂ ਦਾ ਵਪਾਰ ਵੀ, ਉਹਨਾਂ ਦਾ ਕਾਰੋਬਾਰ ਵੀ, ਉਹਨਾਂ ਦੀਆਂ ਨੌਕਰੀਆਂ ਵੀ, ਸਭ ਕੁਝ ਖਤਰੇ 'ਚ ਪਾ ਦਿੰਦੇ ਆ ਜਦੋਂ ਸਾਡੀ ਇੱਕ ਹਰਕਤ ਇਹੋ ਜਿਹੀ ਹੁੰਦੀ ਹੈ। ਸੋ ਦੂਜੀਆਂ ਪਾਰਟੀਆਂ ਨੂੰ ਤਾਂ ਮੌਕਾ ਮਿਲਦਾ ਹੈ, ਸਰਕਾਰਾਂ ਜਾਂ ਏਜੰਸੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਤਾਂ ਮੌਕਾ ਮਿਲਦਾ ਹੈ, ਅਗਰ ਉਹ ਇਸ ਗੱਲ ਦੇ ਉੱਤੇ ਹੀ ਨੇ ਕਿ ਕਿਸ ਤਰ੍ਹਾਂ ਸਿੱਖਾਂ ਦੀ ਛਵੀ ਨੂੰ ਖਰਾਬ ਕਰਨਾ ਹੈ, ਇਸ ਤੋਂ ਅੱਛਾ ਮੌਕਾ ਉਹਨਾਂ ਕੋਲੇ ਫਿਰ ਹੋਰ ਕੀ ਹੋਊਗਾ ਕਿ ਉਹ ਇਸ ਗੱਲ ਨੂੰ ਹੋਰ ਜ਼ਿਆਦਾ ਫੈਲਾ ਦੇਣ ਕਿ ਦੇਖੋ ਜੀ, ਸਿੱਖ ਤਾਂ ਹੁਣ ਇਸ ਤਰ੍ਹਾਂ ਦੇ ਨੇ, ਆਗਜ਼ਨੀਆਂ ਕਰਦੇ ਆ। ਜਦਕਿ ਸਾਡੀ ਜਿਹੜੀ ਛਵੀ ਹੈ ਉਹ ਆਗਜ਼ਨੀ ਵਾਲੀ ਨਹੀਂ ਹੈਗੀ, ਸਾਡੀ ਛਵੀ ਜਿਹੜੀ ਆ ਉਹ ਸੇਵਾ ਵਾਲੀ ਹੈ। ਜਿਹੜੀ ਅਸੀਂ ਲੰਗਰਾਂ ਨਾਲ ਮਨੁੱਖਤਾ ਦੀ ਸੇਵਾ, ਵੱਖ-ਵੱਖ ਜਦੋਂ ਕੁਦਰਤੀ ਕਰੋਪੀਆਂ ਆਉਂਦੀਆਂ ਉੱਥੇ ਆਪਣੀ ਹਾਜ਼ਰੀ ਦਰਜ ਕਰਾਈ ਹੈ, ਉਸ ਹਾਜ਼ਰੀ ਨੂੰ ਅਸੀਂ ਆਪਣੇ ਹੱਥੀਂ ਮੇਟਣ ਲੱਗੇ ਹੋਏ ਆ। ਕਿੰਨਾ ਕੁ ਜਾਇਜ਼ ਆ? ਜੁਲਾਈ 8 ਦੇ ਵਿੱਚ ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ ਸਾਰੇ ਰਾਜਦੂਤਾਂ ਦੇ ਸਾਹਮਣੇ ਇੱਕ ਪ੍ਰੋਟੈਸਟ ਪਲਾਨ ਕੀਤਾ ਗਿਆ। ਉਹਨੂੰ ਲੈ ਕੇ ਕੌਮਾਂਤਰੀ ਪੱਧਰ ਦੇ ਉੱਤੇ ਕੇਂਦਰ ਸਰਕਾਰ ਗੱਲ ਕਰ ਰਹੀ ਹੈ। ਕੈਨੇਡਾ ਦੇ ਵਿੱਚ ਇਹ ਗੱਲ ਟਰੂਡੋ ਉਹਨਾਂ ਤੱਕ ਵੀ ਪਹੁੰਚੀ ਤੇ ਉਹਨਾਂ ਨੇ ਕੱਲ ਕਿਹਾ ਕਿ ਸਾਡੇ ਇੱਥੇ ਫਰੀडम ਆਫ ਐਕਸਪ੍ਰੈਸ਼ਨ ਤੇ ਹੈ, ਲੇਕਿਨ ਅਸੀਂ ਕਿਸੇ ਵੀ ਤਰੀਕੇ ਨਾਲ ਟੈਰਰਿਜ਼ਮ ਨੂੰ ਸਪੋਰਟ ਨਹੀਂ ਕਰਦੇ। ਪਰ ਫਰੀडम ਆਫ ਐਕਸਪ੍ਰੈਸ਼ਨ ਦਾ ਮਤਲਬ ਫ੍ਰੀ ਹੈਂਡ ਟੂ ਟੈਰਰਿਜ਼ਮ ਵੀ ਹੈ। ਇਹ ਗੱਲ ਇੰਡੀਆ ਨੇ ਉਠਾਈ ਹੈ ਔਰ ਇਸ ਤਰ੍ਹਾਂ ਹੀ ਅਜੀਤ ਡੋਵਾਲ ਉਹਨਾਂ ਗੱਲ ਕਰ ਰਹੇ ਨੇ ਯੂਕੇ ਦੇ ਵਿੱਚ, ਉਹਨਾਂ ਦੇ ਆਪਣੇ ਕਾਊਂਟਰਪਾਰਟ ਨਾਲ। ਇਹਨਾਂ ਗੱਲਾਂ ਦੇ ਉੱਤੇ ਕੌਮਾਂਤਰੀ ਪੱਧਰ ਦੇ ਉੱਤੇ ਇਹ ਗੱਲਾਂ ਪਤਾ ਚੱਲ ਰਹੀ ਹੈ, ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਸਿੱਖੀਜ਼ਮ ਦੀ ਜਿਹੜੀ ਇਮੇਜ ਖੜੀ ਹੋ ਰਹੀ ਹੈ ਉਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ। ਸਾਡੇ ਕੋਲ ਇੱਕ ਆਖਰੀ ਮੁੱਦਾ ਹੈ, ਪਰ ਅਸੀਂ ਉਹਨੂੰ ਅੱਗੇ ਲਈ ਛੱਡਦੇ ਹਾਂ। ਅੱਜ ਲਈ ਇੰਨਾ ਹੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।
ਧੰਨਵਾਦ। Thank you.